ਸਰਬ ਕਲਾ ਸਮਰੱਥ ਸਤਿਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਸਰਵਣ ਕਰਦਿਆਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਏ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਗੁਰੂ ਕੇ ਇਹ ਅਮੋਲ ਬਚਨ ਕਿ ਤੂੰ ਠਾਕੁਰੋ ਬੈਰਾਗੁਰੋ ਮੈਂ ਜੇ ਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗੁਰੋ ਹੁਣ ਸਾਰ ਨਾ ਜਾਣਾ ਤੇਰੀ ਰਾਮ। ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਦੇ ਇਹ ਪਾਵਨ ਬਚਨ ਨੇ ਜੋ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਸਮੁਖ ਵਾਕ ਦੇ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਬਿਆਨ ਕੀਤੀ ਹੈ ਕਿ ਵਾਹਿਗੁਰੂ ਜੀ ਤੁਹਾਡੇ ਗੁਣਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਤੁਸੀਂ ਸਮੁੰਦਰ ਦੀ ਨਿਆਈ ਹੋ, ਰਤਨਾਂ ਦੇ ਸਮੁੰਦਰ ਹੋ, ਅਸੀਂ ਤੁਹਾਡੀ ਸਾਰ ਤੁਹਾਡਾ ਅੰਤ ਨਹੀਂ ਪਾ ਸਕਦੇ। ਪਰਮਾਤਮਾ ਦੀ ਕੀਰਤੀ ਇਸ ਲਈ ਨਹੀਂ ਕਰਨੀ ਕਿ ਅਸੀਂ ਉਹਦਾ ਅੰਤ ਪਾ ਲਵਾਂਗੇ, ਉਹਦਾ ਅੰਤ ਨਾ ਕੋ ਪਾ ਸਕਿਆ ਨਾ ਪਾ ਸਕਦਾ ਹੈ। ਪਰਮਾਤਮਾ ਦੀ ਕੀਰਤੀ ਕਰਨ ਦਾ ਮਕਸਦ ਹੈ ਕਿ ਉਹਦੀ ਸਿਫਤ ਸਲਾਹ ਕਰਦੇ ਹਾਂ, ਉਹਦੇ ਜੋ ਗੁਣ ਨੇ ਉਹ ਸਾਡੇ ਹਿਰਦੇ 'ਚ ਵਸ ਜਾਣ। ਮਨੁੱਖ ਦੇ ਮਨ ਦਾ ਇੱਕ ਸੁਭਾਅ ਹੈ ਕਿ ਜਿਸ ਚੀਜ਼ ਨੂੰ ਇਹ ਚੇਤੇ ਕਰੇਗਾ ਉਹ ਜੇ ਬਣ ਜਾਂਦਾ ਹੈ। ਗੁਰਬਾਣੀ ਦਾ ਇੱਕ ਬਚਨ ਕਿ ਜੈਸਾ ਸੇਵੇ ਤੈਸੋ ਹੋਏ। ਜਿਹੋ ਜੇ ਕਿਸੇ ਇਸ਼ਟ ਨਾਲ ਜੁੜੇਗਾ ਜਾਂ ਜਿਸ ਚੀਜ਼ ਨਾਲ ਇਹ ਲਗਾਓ ਕਰੇਗਾ, ਮਨੁੱਖ ਦੇ ਮਨ ਦਾ ਸੁਭਾਅ ਉਹੋ ਜਿਹਾ ਹੀ ਬਣਦਾ ਜਾਏਗਾ। ਤੇ ਸਤਿਗੁਰੂ ਜੀ ਕਹਿੰਦੇ ਆਪਾਂ ਪਰਮਾਤਮਾ ਨਾਲ ਜੁੜੀਏ, ਉਸ ਵਾਹਿਗੁਰੂ ਨਾਲ ਜੁੜੀਏ। ਵਾਹਿਗੁਰੂ ਮਹਾਨ ਹੈ, ਸਮਰੱਥ ਹੈ, ਉਹਦੀ ਅਸੀਂ ਸਿਫਤ ਸਲਾਹ ਪੂਰਨ ਤੌਰ ਤੇ ਤਾਂ ਨਹੀਂ ਬਿਆਨ ਕਰ ਸਕਦੇ, ਪਰ ਉਹਦੀ ਕੀਰਤੀ ਕਰਦਿਆਂ ਕਰਦਿਆਂ, ਉਹਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਅਸੀਂ ਉਸ ਵਿੱਚ ਲਿਵਲੀਨ ਤਾਂ ਹੋ ਸਕਦੇ ਹਾਂ। ਪਰਮਾਤਮਾ ਨੇ ਤਰੁੱਠ ਕੇ ਸਾਨੂੰ ਮਨੁੱਖਾ ਦੇਹੀ ਦਿੱਤੀ ਹੈ। ਇਹ ਜ਼ਿੰਦਗੀ ਦਾ ਮਕਸਦ ਵੀ ਪਰਮਾਤਮਾ 'ਚ ਲਿਵਲੀਨ ਹੋਣਾ ਹੈ। ਗੁਰੂ ਕੇ ਰੋਜ਼ ਬਚਨ ਪੜ੍ਹਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਮਨੁੱਖਾ ਦੇਹੀ ਗੋਬਿੰਦ ਨੂੰ ਮਿਲਣ ਦੇ ਲਈ ਹੈ, ਇਹ ਮਨੁੱਖਾ ਦੇਹੀ ਪਰਮ ਆਨੰਦ ਮੰਨਣ ਦੇ ਲਈ ਹੈ। ਜਦੋਂ ਅਸੀਂ ਮਨੁੱਖੀ ਸਮਾਜ ਵਿੱਚ ਨਜ਼ਰ ਮਾਰਦੇ ਹਾਂ ਕਿ ਆਪਾਂ ਦੇਖਦੇ ਹਰ ਬੰਦਾ ਚਿੰਤਤ ਹੈ, ਹਰ ਬੰਦਾ ਦੁਖੀ ਹੈ। ਜਿੱਥੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕੀ ਹੈ, ਉੱਥੇ ਸਤਿਪੁਰਖਾਂ ਨੇ ਜਦੋਂ ਇਸ ਜਗਤ ਦੀ ਗੱਲ ਕੀਤੀ ਤੇ ਇਹਨੂੰ ਇੱਕ ਭਉ ਸਾਗਰ ਕਿਹਾ, ਇਹਨੂੰ ਸਮੁੰਦਰ ਕਿਹਾ। ਭਾਵ ਜਿਸ ਦੁਨੀਆ 'ਚ ਰਹਿ ਕੇ ਅਸੀਂ ਨਿਤ ਭਉ 'ਚ ਹੀ ਰਹਿੰਦੇ ਹਾਂ, ਡਰ 'ਚ ਹੀ ਰਹਿੰਦੇ ਹਾਂ। ਹਰ ਮਨੁੱਖ ਦੇ ਅੰਦਰ ਡਰ ਭਰਿਆ ਪਿਆ, ਭਾਵੇਂ ਕੋਈ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਕੋਈ ਪੜ੍ਹਿਆ ਹੈ, ਭਾਵੇਂ ਅਨਪੜ੍ਹ ਹੈ, ਭਾਵੇਂ ਕੋਈ ਤੰਦਰੁਸਤ ਹੈ ਤੇ ਭਾਵੇਂ ਕੋਈ ਰੋਗੀ ਹੈ। ਹਰ ਮਨੁੱਖ ਅੰਦਰੋਂ ਚਿੰਤਤ ਹੀ ਦਿਸੇ ਸਭ ਕੋਏ। ਹਰ ਮਨੁੱਖ ਭੈ ਦੇ ਵਿੱਚ ਵਿਚਰ ਰਿਹਾ। ਉਹਦਾ ਕਾਰਨ ਕੀ ਹੈ? ਜੇ ਮਨੁੱਖਾਂ ਦੇ ਹੀ ਇੰਨੀ ਉੱਤਮ ਹੈ, ਜੇ ਪਰਮਾਤਮਾ ਨੇ ਸਾਨੂੰ ਅਮੋਲਕ ਜ਼ਿੰਦਗੀ ਦਿੱਤੀ ਹੈ, ਤੇ ਸਾਡੇ ਡਰਨ ਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਜਿਸ ਮਕਸਦ ਲਈ ਜ਼ਿੰਦਗੀ ਦਿੱਤੀ ਸੀ, ਆਪਾਂ ਉਸ ਮਕਸਦ ਦੇ ਨਾਲੋਂ ਟੁੱਟ ਗਏ। ਆਪਾਂ ਦੇਖਦੇ ਹਾਂ ਵਰਤਮਾਨ ਦੌਰ ਦੇ ਅੰਦਰ ਸਮੁੱਚੇ ਵਿਸ਼ਵ ਅੰਦਰ ਜਿੱਧਰ ਝਾਤ ਮਾਰੀਏ ਹਰ ਪ੍ਰਾਣੀ ਜਿਹੜਾ ਉਹ ਡਰਿਆ ਹੋਇਆ। ਬੜਾ ਵੱਡਾ ਡਰ ਜਿਹੜਾ ਹੈ ਉਹ ਮਨੁੱਖੀ ਸਮਾਜ ਤੇ ਮੰਡਰਾ ਰਿਹਾ। ਇਹ ਨਹੀਂ ਤੇ ਹਮੇਸ਼ਾ ਹੀ ਡਰ ਹੈ। ਦਰਅਸਲ ਇਹ ਨਹੀਂ ਕਿ ਵਾਇਰਸ ਤੇ ਡਰ ਹੈ, ਤੇ ਹਮੇਸ਼ਾ ਹੀ ਮਨੁੱਖ ਦੇ ਅੰਦਰ ਡਰ ਭਰਿਆ ਪਿਆ। ਡਰ ਦਾ ਕਾਰਨ ਇਹ ਹੈ ਕਿ ਸਾਡੀ ਜੋ ਸੋਚ ਹੈ, ਜੋ ਸਾਡੀ ਵਿਚਾਰ ਹੈ, ਉਹ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਣ ਨਹੀਂ ਸਕੀ। ਅਸੀਂ ਰੋਜ਼ ਜੋ ਸੋਚਦੇ ਹਾਂ ਨਾ, ਜੋ ਸੋਚਦੇ ਹਾਂ ਉਹਦੇ ਨਾਲ ਸਾਡੀ ਇੱਕ ਸ਼ਖਸੀਅਤ ਬਣਦੀ ਹੈ। ਸ਼ਖਸੀਅਤ ਦਾ ਪ੍ਰਭਾਵ ਦੂਜਿਆਂ ਤੇ ਪੈਂਦਾ। ਦੁਨੀਆ ਨੂੰ ਔਰਾ ਵੀ ਇੱਕ ਕਹਿੰਦੇ ਨੇ, ਇੱਕ ਮਨੁੱਖ ਦਾ ਆਬਾ ਮੰਡਲ ਹੁੰਦਾ ਹੈ। ਜਦੋਂ ਅਸੀਂ ਕਿਤੇ ਬੈਠਦੇ ਹਾਂ, ਕੋਈ ਬੰਦਾ ਚੰਗਾ ਦਾਨਵੰਦ ਹੋਏ, ਦਾਨਸ਼ਮੰਦ ਹੋਵੇ, ਸਿਆਣਾ ਹੋਵੇ, ਉਹਦੇ ਬੈਠਣ ਦਾ ਹੀ ਪ੍ਰਭਾਵ ਪੈ ਜਾਂਦਾ। ਕਿਸੇ ਸਭਾ ਦੇ ਵਿੱਚ ਬੈਠੇ ਨਾ, ਉਹਦੇ ਬੈਠਣ ਦਾ ਹੀ ਪ੍ਰਭਾਵ ਪੈ ਜਾਂਦਾ।
ਕੋਈ ਮਨੁੱਖ ਆਮ ਵਿਕਾਰੀ ਸੁਭਾਅ ਵਾਲਾ ਹੋਵੇ, ਦੁਨਿਆਵੀ ਸੁਭਾਅ ਵਾਲਾ ਹੋਵੇ, ਤੇ ਉਹਦਾ ਵੀ ਪ੍ਰਭਾਵ ਲੋਕਾਂ ਤੇ ਪੈਂਦਾ ਹੈ। ਜਿਹੋ ਜਿਹਾ ਮਨੁੱਖ ਦੀ ਆਪਣੀ ਸ਼ਖਸੀਅਤ ਹੋਏਗੀ, ਉਹ ਜਿਹਾ ਦੂਸਰਿਆਂ ਤੇ ਉਹ ਪ੍ਰਭਾਵ ਆਲੇ ਦੁਆਲੇ ਤੇ ਪਾਉਂਦਾ ਹੈ। ਵਾਤਾਵਰਣ ਉਹ ਜਿਹਾ ਹੀ ਉਹਦਾ ਬਣ ਜਾਂਦਾ ਹੈ। ਉਹ ਜਿਹੜੀ ਸ਼ਖਸੀਅਤ ਹੈ ਜਾਂ ਸਾਡੀ, ਜਿਹਨੂੰ ਆਪਾਂ ਆਬਾ ਮੰਡਲ ਕਹਿੰਦੇ ਆ, ਔਰਾ ਕਹਿੰਦੇ ਆ, ਉਹ ਸਾਡੇ ਵਿਚਾਰਾਂ ਨਾਲ ਬਣਦਾ ਹੈ। ਹਰ ਮਨੁੱਖ ਦੇ ਅੰਦਰ ਹਜ਼ਾਰਾਂ ਵਿਚਾਰ ਰੋਜ਼ ਪੈਦਾ ਹੁੰਦੇ, ਹਜ਼ਾਰਾਂ ਵਿਚਾਰ ਪੈਦਾ ਹੁੰਦੇ ਨੇ। ਜਿਹੋ ਜਿਹੇ ਵਿਚਾਰ ਹੋਣਗੇ, ਉਹ ਜਿਹੇ ਮਨੁੱਖ ਨੇ ਕੰਮ ਕਰਨੇ ਨੇ, ਉਹ ਜਿਹੀ ਮਨੁੱਖ ਦੀ ਸ਼ਖਸੀਅਤ ਬਣ ਜਾਣੀ ਹੈ। ਜੇ ਵਿਚਾਰ ਸਾਡੇ ਮਾੜੇ ਹੋਣਗੇ, ਸੱਚ ਜਾਣਨਾ ਅਸੀਂ ਅੰਦਰੋਂ ਕਮਜ਼ੋਰ ਹੁੰਦੇ ਜਾਵਾਂਗੇ। ਜੇ ਸਾਡੇ ਵਿਚਾਰ ਮਾੜੇ ਹੋਣਗੇ, ਰੋਗੀ ਹੋਣਗੇ, ਵਿਕਾਰਾਂ ਵਾਲੇ ਹੋਣਗੇ, ਤੇ ਸਾਡਾ ਉਹੋ ਜਿਹੇ ਪ੍ਰਭਾਵ ਲੋਕਾਂ ਦੇ ਉੱਪਰ ਪਏਗਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦੇ ਅੰਦਰ ਆਪਣੀ ਸ਼ਖਸੀਅਤ ਨੂੰ ਵਧੀਆ ਬਣਾਉਣ ਦੇ ਲਈ, ਗੁਰਬਾਣੀ 'ਚ ਇੱਕ ਬੜਾ ਪਿਆਰਾ ਬਚਨ ਹੁੰਦਾ ਬਾਬਾ ਫਰੀਦ ਸਾਹਿਬ ਜੀ ਦਾ, ਬੇੜਾ ਬੰਦ ਨ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਉਹ ਬੰਦਿਆ, ਬੇੜਾ ਕਹਿੰਦੇ ਆਪਾਂ ਕਿਸ਼ਤੀ ਨੂੰ ਜਾਂ ਸ਼ਿਪ ਨੂੰ, ਜਿਹਦੇ ਤੇ ਬੈਠ ਕੇ ਅਸੀਂ ਪਾਣੀ ਤੋਂ ਪਾਰ ਜਾਈਦਾ, ਬੋਟ ਨੂੰ ਕਹਿੰਦੇ ਆ। ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਹ ਜ਼ਿੰਦਗੀ ਦੇ ਅੰਦਰ ਅਸੀਂ ਇਹੋ ਜਿਹੀ ਇੱਕ ਸ਼ਖਸੀਅਤ ਬਣਾ ਸਕੀਏ, ਆਪਣੀ ਹਸਤੀ ਇਹੋ ਜਿਹੀ ਬਣਾ ਸਕੀਏ ਕਿ ਸਾਡੀ ਜ਼ਿੰਦਗੀ 'ਚ ਕੋਈ ਦੁੱਖ ਆਏ, ਕੋਈ ਮੁਸੀਬਤ ਆਏ, ਆਪਾਂ ਉਹਨੂੰ ਪਾਰ ਕਰ ਜਾਈਏ। ਜੇ ਕੋਈ ਗੱਲ ਚੇਤੇ ਰੱਖਣਾ, ਸਮੁੰਦਰ ਹੈ ਨਾ, ਕਿਸ਼ਤੀ ਸਮੁੰਦਰ ਦੇ ਅੰਦਰ ਤਰਦੀ ਹੈ। ਸਮੁੰਦਰ ਦੇ ਵਿੱਚ ਤੂਫਾਨ ਆਉਣੇ ਹੀ ਆਉਣੇ ਨੇ, ਝੱਖੜ ਚੱਲਣੇ ਚੱਲਣੇ ਨੇ, ਲਹਿਰਾਂ ਸਮੁੰਦਰ ਦੀਆਂ ਉੱਠਣੀਆਂ ਨੇ, ਘੁੰਮਣ ਘੇਰੀਆਂ ਆਉਣੀਆਂ ਆਉਣੀਆਂ ਨੇ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਇਹ ਕੁਦਰਤ ਦਾ ਨਿਯਮ ਹੈ। ਹੁਣ ਅਸੀਂ ਕਹੀਏ ਸਮੁੰਦਰ 'ਚ ਤੂਫਾਨ ਨਾ ਆਏ, ਕਦੀ ਨਹੀਂ ਹੋ ਸਕਦਾ, ਆਉਣਗੇ ਆਉਣਗੇ। ਇਹ ਜਗਤ ਨੂੰ ਸਮੁੰਦਰ ਦੇ ਨਾਲ ਤੁਲਨਾ ਦਿੱਤੀ ਹੈ ਸਤਿਗੁਰੂ ਜੀ ਨੇ ਜਾਂ ਹੋਰ ਮਹਾਂਪੁਰਖਾਂ ਨੇ। ਇਸ ਜਗਤ ਵਿੱਚ ਵਿਪਤਾਵਾਂ ਆਉਣੀਆਂ ਹੀ ਆਉਣੀਆਂ ਨੇ, ਇਹ ਝੱਖੜ ਝੁੱਲਣੇ ਹੀ ਝੁੱਲਣੇ ਨੇ। ਗੁਰਬਾਣੀ ਦਾ ਬਚਨ ਕਿ ਝੜ ਝੱਖੜ ਉਹਾੜ ਲਹਿਰੀ ਵਹਿਣ ਲਖੇ ਸਰੀ। ਇਹ ਜਗਤ ਨੂੰ ਸਮੁੰਦਰ ਨਾਲ ਤੁਲਨਾ ਦਿੱਤੀ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਜੇ ਇਹ ਸੰਸਾਰ ਸਮੁੰਦਰ ਹੈ, ਇਹਦੇ 'ਚ ਤਾਂ ਲਹਿਰਾਂ ਆਉਣੀਆਂ ਹੀ ਨੇ, ਝੱਖੜ ਝੁੱਲਣੇ ਹੀ ਨੇ, ਇਹਦੇ 'ਚ ਤਾਂ ਘੁੰਮਣ ਘੇਰੀਆਂ ਆਉਣੀਆਂ ਨੇ। ਇੱਕ ਨਹੀਂ ਕਈ ਆਉਂਦੀਆਂ ਨੇ ਸਾਡੀ ਜ਼ਿੰਦਗੀ ਦੇ ਅੰਦਰ। ਬਸ ਉਹ ਜਿਹੜਾ ਬੇੜਾ ਤਿਆਰ ਕਰਨਾ, ਜਿਹਨੂੰ ਆਪਾਂ ਸ਼ਖਸੀਅਤ ਤਿਆਰ ਕਰਨੇ ਆ, ਉਹ ਇਸ ਕਰਕੇ ਕਰਨੀ ਕਿ ਆਪਾਂ ਜ਼ਿੰਦਗੀ 'ਚ ਕੋਈ ਸਮਾਂ ਆ ਜਾਏ, ਉਹਨੂੰ ਆਪਾਂ ਐਨ ਬੜੀ ਮਜ਼ਬੂਤੀ ਦੇ ਨਾਲ ਪਾਰ ਕਰ ਸਕੀਏ। ਦੁੱਖਾਂ ਤੋਂ ਭੱਜਿਆ, ਦੁੱਖਾਂ ਤੋਂ ਬਚਿਆ ਨਹੀਂ ਜਾ ਸਕਦਾ। ਦੁੱਖਾਂ ਤੋਂ ਡਰਿਆ, ਦੁੱਖਾਂ ਤੋਂ ਬਚਿਆ ਨਹੀਂ ਜਾ ਸਕਦਾ। ਦੁੱਖਾਂ ਦਾ ਮੁਕਾਬਲਾ ਕੀਤਾ ਤੇ ਦੁੱਖਾਂ ਨੂੰ ਜਿੱਤਿਆ ਜਾ ਸਕਦਾ। ਜਿੰਨਾ ਦੁੱਖਾਂ ਤੋਂ ਡਰਾਂਗੇ ਨਾ, ਉਹਨਾਂ ਦੁੱਖ ਸਾਡੇ ਮਗਰ ਮਗਰ ਭੱਜਣਗੇ। ਜਿੰਨਾ ਦੁੱਖਾਂ ਦਾ ਅਸੀਂ ਸਾਹਮਣਾ ਕਰਾਂਗੇ, ਉਹਨਾਂ ਅਸੀਂ ਸਟਰੋਂਗ ਹੋਵਾਂਗੇ, ਮਜ਼ਬੂਤ ਹੋਵਾਂਗੇ, ਦੁੱਖਾਂ ਤੋਂ ਉੱਚੇ ਉੱਠਦੇ ਚਲੇ ਜਾਵਾਂਗੇ। ਗੁਰਬਾਣੀ 'ਚ ਸਤਿਗੁਰੂ ਜੀ ਨੇ ਉਸ ਮਨੁੱਖ ਦੀ ਤਾਰੀਫ ਕੀਤੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੇ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਕਹਿੰਦੇ ਕਿ ਇਹ ਜ਼ਿੰਦਗੀ ਮਿਲੀ ਹੈ ਕਿ ਅਸੀਂ ਕੋਈ ਸ਼ਖਸੀਅਤ ਤਿਆਰ ਕਰ ਸਕੀਏ। ਦੇਖੋ, ਬੱਚਾ ਜਨਮ ਲੈਂਦਾ ਨਾ, ਛੋਟਾ ਜਿਹਾ ਬੱਚਾ ਜਗਤ ਵਿੱਚ ਆਉਂਦਾ ਹੈ, ਜਿਉਂ-ਜਿਉਂ ਉਹਦੀ ਉਮਰ ਵੱਧਦੀ ਹੈ, ਤਿਉਂ-ਤਿਉਂ ਉਹਦਾ ਸਰੀਰ ਵੱਧਦਾ ਹੈ, ਸਰੀਰ ਉਹਦਾ ਤਗੜਾ ਹੁੰਦਾ, ਵਿਕਾਸ ਕਰਦਾ ਹੈ ਬੱਚਾ। ਬੱਚਾ ਜਵਾਨ ਹੋ ਜਾਂਦਾ ਹੈ, ਜਵਾਨ ਤੋਂ ਆਪਾਂ ਦੇਖਦੇ ਫਿਰ ਬਿਰਧ ਹੋ ਜਾਂਦਾ ਹੈ। ਸਮੇਂ ਦੇ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ, ਸਮੇਂ ਦੇ ਨਾਲ ਸਰੀਰ ਮਜ਼ਬੂਤ ਹੁੰਦਾ ਹੈ। ਬਿਲਕੁਲ ਜਿਵੇਂ ਸਮੇਂ ਦੇ ਨਾਲ ਸਰੀਰ ਮਜ਼ਬੂਤ ਹੁੰਦਾ ਹੈ, ਤਿਵੇਂ ਮਨੁੱਖ ਅੰਦਰੋਂ ਵੀ ਮਜ਼ਬੂਤ ਹੋਣਾ ਚਾਹੀਦਾ ਹੈ, ਅੰਦਰੋਂ ਵੀ ਉੱਚਾ ਉੱਠਣਾ ਚਾਹੀਦਾ ਹੈ, ਅੰਦਰੋਂ ਵੀ ਉਹ ਤਗੜਾ ਹੋਣਾ ਚਾਹੀਦਾ ਹੈ। ਸਰੀਰ ਦੀ ਮਜ਼ਬੂਤੀ ਇਸ ਗੱਲ ਤੇ ਨਿਰਭਰ ਕਰਦੀ ਕਿ ਅਸੀਂ ਖਾਂਦੇ ਪੀਂਦੇ ਕੀ ਹਾਂ। ਚੰਗੀ ਖੁਰਾਕ ਹੋਏਗੀ, ਆਪਾਂ ਸਰੀਰਕ ਤੌਰ ਤੇ ਬਲਵਾਨ ਹੁੰਦੇ ਚਲੇ ਜਾਵਾਂਗੇ। ਜੇ ਚੰਗੀ ਸੋਚ ਹੋਵੇਗੀ, ਚੰਗੀ ਸੋਚ ਸਾਨੂੰ ਆਤਮਿਕ ਤੌਰ ਤੇ ਬਲਵਾਨ ਕਰੇਗੀ, ਮਾਨਸਿਕ ਤੌਰ ਤੇ ਤਗੜੀਆਂ ਕਰੇਗੀ। ਬੰਦਾ ਸਰੀਰਕ ਤੌਰ ਤੇ ਤਗੜਾ ਹੋਏ ਨਾ, ਉਹ ਕਿਸੇ ਠੰਡ ਦੀ ਪਰਵਾਹ ਨਹੀਂ ਕਰਦਾ, ਕਿਸੇ ਗਰਮੀ ਦੀ ਪਰਵਾਹ ਨਹੀਂ ਕਰਦਾ, ਮਾੜੇ ਮੋਟੇ ਦੁੱਖ ਦੀ ਪਰਵਾਹ ਕੋਈ ਨਹੀਂ ਕਰਦਾ। ਆਪਾਂ ਦੇਖਦੇ ਹਾਂ ਦੁੱਖਾਂ ਦੇ ਵਿੱਚ ਵੀ ਤੇ ਵੱਡੇ ਵੱਡੇ ਸੂਰਮੇ ਜਿਹੜੇ ਨੇ ਉਹ ਟਕਰਾਉਂਦੇ ਨੇ, ਵੱਡੇ ਵੱਡੇ ਸੰਗਰਾਮ ਲੜਦੇ, ਉਹ ਮਨੁੱਖ ਹੀ ਨੇ, ਉਹ ਕੋਈ ਆਕਾਸ਼ ਤੋਂ ਨਹੀਂ ਡਿੱਗੇ ਹੋਏ, ਉਹ ਹੀ ਮਨੁੱਖ ਨੇ। ਜਦੋਂ ਅਸੀਂ ਸਿੱਖ ਯੋਧਿਆਂ ਦਾ ਇਤਿਹਾਸ ਪੜ੍ਹਦੇ ਹਾਂ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਰਦਾਰ ਚੜ੍ਹ ਸਿੰਘ ਜੀ ਵੱਡੇ ਘਾਲੂਘਾਰੇ ਵਿੱਚ ਕਿੰਨੇ ਕਿੰਨੇ ਜ਼ਖਮ, 25-25 30-30 ਫੱਟ ਉਹਨਾਂ ਦੇ ਸਰੀਰ ਤੇ ਲੱਗੇ, ਲੇਕਿਨ ਲੜਦੇ ਰਹੇ। ਉਹ ਵੀ ਤੇ ਮਨੁੱਖ ਹੀ ਸਨ, ਲੇਕਿਨ ਕਾਰਨ ਇਹ ਸੀ ਕਿ ਉਹ ਇੰਨੇ ਮਜ਼ਬੂਤ ਸਨ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਕਿ ਉਹ ਦੁੱਖਾਂ ਦੀ ਪਰਵਾਹ ਨਹੀਂ ਸਨ ਕਰਦੇ। ਹੁਣ ਆਪਾਂ ਦੇਖ ਲਈਏ ਸਾਡੇ ਹਾਲਾਤ ਕੀ, ਮਾੜੀ ਜੀ ਕੱਟ ਲੱਗ ਜੇ ਅਸੀਂ ਘਬਰਾ ਜਾਂਦੇ ਹਾਂ, ਡਾਕਟਰ ਕੋਲ ਭੱਜਦੇ ਹਾਂ, ਹੋਰ ਆਪਾਂ ਦੇਖਦੇ ਹਾਂ ਦੁਨਿਆਵੀ ਬੰਦੇ ਹਾਂ। ਕਾਰਨ ਹੈ ਕਿ ਅਸੀਂ ਅੰਦਰੋਂ ਕਮਜ਼ੋਰ ਹਾਂ। ਜਿੱਥੇ ਸਰੀਰਕ ਤੌਰ ਤੇ ਮਨੁੱਖ ਤਗੜਾ ਹੋਣਾ ਚਾਹੀਦਾ ਹੈ, ਉੱਥੇ ਮਨੁੱਖ ਮਾਨਸਿਕ ਤੌਰ ਤੇ ਵੀ ਤਗੜਾ ਹੋਣਾ ਚਾਹੀਦਾ ਹੈ।
ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੋਵਾਂਗੇ ਨਾ, ਨਿੱਕੀ ਨਿੱਕੀ ਗੱਲ ਹੀ ਸਾਨੂੰ ਬਿਪਤਾ ਲੱਗੇਗੀ, ਅਸੀਂ ਘਬਰਾਉਂਦੇ ਰਵਾਂਗੇ, ਨਿੱਕੀ ਨਿੱਕੀ ਗੱਲ ਤੇ ਅਸੀਂ ਡਰੇ ਰਵਾਂਗੇ। ਮਨੁੱਖ ਦਾ ਤਿੰਨ ਤਰ੍ਹਾਂ ਦਾ ਜੀਵਨ ਹੈ। ਇੱਕ ਸਾਡਾ ਆਤਮਿਕ ਜੀਵਨ ਹੈ, ਇੱਕ ਸਾਡਾ ਸਰੀਰਕ ਜੀਵਨ ਹੈ, ਇੱਕ ਸਾਡਾ ਸਮਾਜਿਕ ਜੀਵਨ ਹੈ। ਅਸੀਂ ਆਤਮਿਕ ਤੌਰ ਤੇ ਤਗੜੇ ਹੋ ਸਕੀਏ, ਮੈਂ ਬੇਨਤੀ ਕੀਤੀ ਸੀ ਕਿ ਹਰ ਮਨੁੱਖ ਜੋ ਕਰਮ ਕਰਦਾ ਸੋਚਦਾ ਹੈ ਨਾ, ਉਹਦੇ ਨਾਲ ਉਹਦੀ ਸ਼ਖਸੀਅਤ ਬਣਦੀ ਹੈ, ਉਹਦਾ ਇੱਕ ਔਰਾ ਬਣਦਾ ਹੈ ਜਿਹੜਾ ਲੋਕਾਂ ਤੇ ਪ੍ਰਭਾਵ ਪਾਉਂਦਾ ਹੈ। ਉਹ ਸਾਡਾ ਔਰਾ ਕਿਵੇਂ ਬਣੇ? ਜਦੋਂ ਅਸੀਂ ਮਾੜੇ ਕੰਮ ਕਰਦੇ ਹਾਂ ਉਹ ਕਮਜ਼ੋਰ ਹੋ ਜਾਂਦਾ ਹੈ, ਅੰਦਰੋਂ ਅਸੀਂ ਟੁੱਟਦੇ ਚਲੇ ਜਾਂਦੇ ਹਾਂ, ਫਿਰ ਅਸੀਂ ਦੁੱਖਾਂ ਦੇ ਅੱਗੇ ਅਸੀਂ ਕਮਜ਼ੋਰ ਪੈ ਜਾਂਦੇ ਹਾਂ। ਲੇਕਿਨ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ, ਉਸ ਔਰੇ ਨੂੰ ਵੱਡਿਆਂ ਬਣਾਉਣ ਲਈ ਜਾਂ ਆਪਣੀ ਸ਼ਖਸੀਅਤ ਨੂੰ ਮਹਾਨ ਬਣਾਉਣ ਦੇ ਲਈ, ਆਪਣੇ ਆਬਾ ਮੰਡਲ ਨੂੰ ਵੱਡਿਆਂ ਬਣਾਉਣ ਦੇ ਲਈ, ਮਜ਼ਬੂਤ ਬਣਾਉਣ ਦੇ ਲਈ, ਆਪਣੀ ਪ੍ਰੋਟੈਕਸ਼ਨ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਜੋ ਮਾਰਗ ਦਿੱਤਾ ਹੈ ਨਾ, ਉਹ ਹੈ ਕਿ ਜੇ ਤੁਸੀਂ ਅੰਦਰੋਂ ਤਗੜੇ ਹੋਣਾ ਚਾਹੁੰਦੇ ਹੋ ਨਾ, ਅੰਦਰੋਂ ਤਗੜੇ, ਤੇ ਤੁਹਾਡੇ ਵਿਚਾਰ ਬੜੇ ਵਧੀਆ ਹੋਣੇ ਚਾਹੀਦੇ ਨੇ। ਹੁਣ ਸਾਡੇ ਵਿਚਾਰ ਕਿਵੇਂ ਵਧੀਆ ਬਣ? ਵਿਚਾਰ ਤੇ ਤਾਂ ਹੀ ਵਧੀਆ ਬਣਨਗੇ ਜੋ ਅਸੀਂ ਦੇਖਾਂਗੇ, ਜੋ ਸੁਣਾਂਗੇ, ਉਹਦੇ ਅਨੁਸਾਰ ਹੀ ਸਾਡੇ ਵਿਚਾਰ ਬਣਨੇ ਨੇ। ਅਸੀਂ ਦੇਖਦੇ ਟੀਵੀ ਤੇ ਸਾਰਾ ਦਿਨ ਜੋ ਕੁਝ ਉਹੋ ਜਿਹੇ ਵਿਚਾਰ ਬਣ ਜਾਣਗੇ। ਜਿਹੋ ਜਿਹੀਆਂ ਅਸੀਂ ਕਿਤਾਬਾਂ ਪੜ੍ਹਦੇ ਹਾਂ, ਕਿਤਾਬਾਂ ਪੜ੍ਹਨ ਦਾ ਤੇ ਸੁਭਾਅ ਹੀ ਖਤਮ ਹੋ ਗਿਆ ਹੁਣ ਸਾਡੇ, ਖਾਸ ਕਰਕੇ ਪੰਜਾਬੀ ਸਮਾਜ ਦੇ ਅੰਦਰ ਪੜ੍ਹਨ ਵਾਲੀ ਤੇ ਗੱਲ ਖਤਮ ਹੋ ਗਈ। ਠੀਕ ਹੈ, ਕਿਸੇ ਨੇ ਡਾਕਟਰ ਬਣਨਾ ਉਹ ਪੜ੍ਹ ਰਿਹਾ, ਕਿਸੇ ਨੇ ਇੰਜੀਨੀਅਰ ਬਣਨਾ ਉਹ ਪੜ੍ਹ ਰਿਹਾ, ਪਰ ਉਵੇਂ ਸ਼ੌਕੀਆ ਤੌਰ ਤੇ ਅਸੀਂ ਕੋਈ ਲਿਟਰੇਚਰ ਪੜ੍ਹੀਏ, ਆਪਣਾ ਸਾਹਿਤ ਪੜ੍ਹੀਏ, ਇਤਿਹਾਸ ਪੜ੍ਹੀਏ, ਸਾਡਾ ਤੇ ਪੜ੍ਹਨਾ ਖਤਮ ਹੋ ਗਿਆ। ਘਰਾਂ 'ਚ ਕਿਤੇ ਲਾਇਬ੍ਰੇਰੀ ਨਹੀਂ ਮਿਲੇਗੀ। ਹੈਰਾਨੀ ਦੀ ਗੱਲ ਹੈ, ਕਈ ਬਜ਼ੁਰਗਾਂ ਨੇ ਘਰਾਂ 'ਚ ਗੁਰਬਾਣੀ ਦੀਆਂ ਪੋਥੀਆਂ ਰੱਖੀਆਂ ਸਨ, ਬਜ਼ੁਰਗਾਂ ਨੇ। ਤੇ ਹੁਣ ਬੱਚੇ ਫੋਨ ਕਰਦੇ ਜੀ ਉਹ ਸਾਡੇ ਘਰ ਨਾ ਗੁਰਬਾਣੀ ਦੀਆਂ ਪੋਥੀਆਂ ਪਈਆਂ, ਉਹ ਕਿੱਥੇ ਭੇਜੀਏ, ਅਸੀਂ ਕਿਹੜੇ ਗੁਰਦੁਆਰੇ ਭੇਜੀਏ? ਉਹ ਪੜ੍ਹਨਾ ਹੀ ਨਹੀਂ ਚਾਹੁੰਦੇ। ਉਹਨਾਂ ਦੇ ਵੇਲੇ ਦੀਆਂ ਧਾਰਮਿਕ ਬੁੱਕਸ ਨਹੀਂ ਪਈਆਂ ਬਜ਼ੁਰਗਾਂ ਦੇ ਵੇਲੇ ਦੀਆਂ, ਉਹ ਕਹਿਣਗੇ ਜੀ ਉਹ ਕਿੱਥੇ ਭੇਜੀਏ, ਅਸੀਂ ਕਿਹਨੂੰ ਦੇ ਕੇ ਆਈਏ? ਹੈਰਾਨੀ ਦੀ ਗੱਲ, ਅਸੀਂ ਪੜ੍ਹਦੇ ਨਹੀਂ। ਅਸੀਂ ਬਹੁਤ ਪਛੜੇ ਹੋਏ ਹਾਂ। ਐਵੇਂ ਅਸੀਂ ਹਵਾ 'ਚ ਤਲਵਾਰਾਂ ਮਾਰੇ ਜੇ ਅਸੀਂ ਬੜੇ ਐਜੂਕੇਟ, ਬੜੇ ਤਗੜੇ, ਬਿਲਕੁਲ ਗੱਪਾਂ ਨੇ। ਦਰਸ ਜੇ ਐਜੂਕੇਸ਼ਨ ਦੇਖਣੀ ਕੇਰਲਾ ਦੇ ਲੋਕਾਂ ਕੋਲ ਦੇਖੋ। ਮੈਂ ਇੱਕ ਦਿਨ ਇੱਕ ਪ੍ਰੋਫੈਸਰ ਸਾਹਿਬ ਜੀ ਵਿਚਾਰ ਸੁਣ ਰਿਹਾ ਸੀ, ਉਹ ਕਹਿੰਦੇ ਅਸੀਂ ਕੇਰਲਾ 'ਚ ਗਏ, ਇੱਕ ਡਾਕਟਰ ਸੀ, ਉਹਨੂੰ ਮਿਲਣ ਦੇ ਲਈ, ਤੇ ਡਾਕਟਰ ਸਾਹਿਬ ਨੇ ਸਾਨੂੰ ਦਿਖਾਇਆ ਪਹਿਲਾਂ ਇੱਕ ਲਾਇਬ੍ਰੇਰੀ 'ਚ ਲੈ ਕੇ, ਕਹਿਣ ਲੱਗੇ ਮੇਰੀ ਭੈਣ ਦੀ ਲਾਇਬ੍ਰੇਰੀ ਹੈ, ਹਜ਼ਾਰਾਂ ਕਿਤਾਬਾਂ ਨੇ ਉੱਥੇ, ਹਜ਼ਾਰਾਂ ਕਿਤਾਬਾਂ। ਫਿਰ ਉਹ ਆਪਣੀ ਮਾਂ ਦੀ ਲਾਇਬ੍ਰੇਰੀ 'ਚ ਲੈ ਗਏ, ਉੱਥੇ ਬੇਅੰਤ ਕਿਤਾਬਾਂ ਪਈਆਂ ਨੇ। ਫਿਰ ਉਹਨਾਂ ਨੇ ਆਪਣੀ ਲਾਇਬ੍ਰੇਰੀ ਦਿਖਾਈ, ਸਾਡੇ ਘਰਾਂ 'ਚ ਹੈ, ਸਾਡੇ ਘਰਾਂ 'ਚ ਇਹ ਜ਼ਰੂਰ ਗਾ, ਸਾਡਾ ਕਮਰਾ ਇੱਥੇ ਹੈ, ਟੈਲੀਵਿਜ਼ਨ ਲੱਗਾ ਹੈ, ਕੁੜੀ ਦਾ ਕਮਰਾ ਇੱਥੇ ਹੈ, ਟੈਲੀਵਿਜ਼ਨ ਲੱਗਾ, ਇੱਥੇ ਹੈ ਟੈਲੀਵਿਜ਼ਨ ਲੱਗਾ। ਟੈਲੀਵਿਜ਼ਨ ਮਾੜੇ ਨਹੀਂ ਹੈ, ਚੰਗੇ ਕੰਮਾਂ ਲਈ ਵਰਤਣੇ ਚਾਹੀਦੇ ਨੇ, ਪਰ ਸਾਡੇ ਘਰਾਂ 'ਚੋਂ ਸਾਹਿਤ ਖਤਮ ਹੋ ਗਿਆ, ਲਿਟਰੇਚਰ ਖਤਮ ਹੋ ਗਿਆ। ਅਸੀਂ ਆਪਣੇ ਸਾਹਿਤ ਨੂੰ, ਲਿਟਰੇਚਰ ਨੂੰ, ਮਨੁੱਖਤਾ ਦੇ ਲਿਟਰੇਚਰ ਨੂੰ ਕਿਵੇਂ ਜਾਣ ਸਕਾਂਗੇ ਜੇ ਪੜ੍ਹਾਂਗੇ ਨਹੀਂ? ਸਾਡੇ 'ਚ ਪੜ੍ਹਨ ਦਾ ਸੁਭਾਅ ਨਹੀਂ ਹੈ। ਅਸੀਂ ਬੜੀ ਮਿਹਨਤ ਕਰਕੇ ਦੇਸਾਂ ਪ੍ਰਦੇਸਾਂ ਚਲੇ ਗਏ। ਡਾਕਟਰ ਸਵਰਾਜ ਸਿੰਘ ਜੀ ਇੱਕ ਬੜੇ ਤਗੜੇ ਚਿੰਤਕ ਹੋਏ ਨੇ, ਦਾਰਸ਼ਨਿਕ ਬੰਦੇ ਨੇ, ਅਮਰੀਕਾ 'ਚ ਰਹਿੰਦੇ ਨੇ। ਉਹਨਾਂ ਦੀ ਇੱਕ ਬੜੀ ਸੋਹਣੀ ਘਟਨਾ ਪੜ੍ਹ ਰਿਹਾ ਸੀ ਇੱਕ ਵੇਰਾ। ਕਹਿੰਦੇ ਮੈਂ ਦਿੱਲੀ ਤੋਂ ਕੋਰੀਆ ਦੀ ਫਲਾਈਟ 'ਚ ਜਾ ਰਿਹਾ ਸਾਂ, ਤੇ ਤਰ੍ਹਾਂ ਤਰ੍ਹਾਂ ਦੇ ਲੋਕ ਸਨ, ਜੈਪਨ ਸਨ, ਕੋਰੀਅਨ ਸਨ, ਚਾਈਨਜ਼ ਸਨ, ਇੰਡੀਅਨ ਸਨ, ਹੋਰ ਗੋਰੇ ਵੀ ਸਨ ਉਹਨਾਂ 'ਚ ਬੈਠੇ ਹੋਏ। ਤੇ ਉਹਨਾਂ ਨੇ ਬੜੀ ਕਮਾਲ ਦੀ ਇਹ ਗੱਲ ਕੀ, ਕਹਿੰਦੇ ਜਿਹੜੇ ਗੋਰੇ ਸਨ ਨਾ ਉਹ ਕੁਝ ਪੜ੍ਹ ਰਹੇ ਸਨ। ਦੇਖੋ ਤੁਸੀਂ ਜਾਓਗੇ ਵੈਸਟਰਨ ਕੰਟਰੀ 'ਚ, ਉਹ ਲੋਕੀ ਸਫ਼ਰ ਕਰਦਿਆਂ ਵੀ ਪੜ੍ਹਦੇ ਨੇ, ਕੋਈ ਮੈਗਜ਼ੀਨ ਪੜ੍ਹ ਰਿਹਾ, ਕੋਈ ਅਖਬਾਰ ਪੜ੍ਹ ਰਿਹਾ, ਕੁਝ ਨਾ ਕੁਝ ਪੜ੍ਹਦੇ ਰਹਿੰਦੇ ਨੇ। ਉਹ ਬੱਸ ਸਟਾਪ ਤੇ ਖੜੇ ਬੱਸ ਡੀਕਣਗੇ ਤਾਂ ਵੀ ਕੁਝ ਪੜ੍ਹਦੇ ਹੀ ਰਹਿਣਗੇ, ਉਹਨਾਂ ਦਾ ਸੁਭਾਅ ਹੀ ਪੜ੍ਹਨਾ ਹੈ। ਉਹਨਾਂ ਲੋਕਾਂ ਦੇ ਅੱਗੇ ਵਧਣ ਦਾ ਕਾਰਨ ਉਹ ਪੜ੍ਹਦੇ ਬਹੁਤ ਨੇ। ਅਸੀਂ ਲੜਦੇ ਬਹੁਤ ਹਾਂ, ਬਸ ਇੱਥੇ ਕਿ ਜੇ ਗੱਲ ਰਹਿ ਗਈ ਹੈ। ਅਸੀਂ ਪੜ੍ਹਦੇ ਨਹੀਂ ਹਾਂ, ਨਿੱਕੀ ਜੀ ਗੱਲ ਤੋਂ ਅਸੀਂ ਝਗੜਦੇ ਬਹੁਤ ਹਾਂ। ਉਹ ਕਹਿੰਦੇ ਕਿ ਜਿਹੜੇ ਤੇ ਗੋਰੇ ਨੇ ਉਹ ਤੇ ਪੜ੍ਹ ਰਹੇ ਨੇ ਕੁਝ, ਜਿਹੜੇ ਜੈਪਨਸ ਨੇ ਉਹ ਆਪਸ ਵਿੱਚ ਕੋਈ ਆਪਣੇ ਮੁਲਕ ਬਾਰੇ ਗੱਲਬਾਤ ਕਰ ਰਹੇ ਨੇ, ਕੋਰੀਅਨ ਵੀ ਕੋਈ ਡਿਸਕਸ ਕਰ ਰਹੇ ਨੇ, ਚਾਈਨੀਜ਼ ਵੀ ਡਿਸਕਸ ਕਰ ਰਹੇ ਨੇ। ਤੇ ਉਹਨੇ ਆਪਣੇ ਲੋਕਾਂ ਦੀ ਗੱਲ ਦੱਸੀ, ਬੜੀ ਦੁਖਦਾਈ ਗੱਲ। ਸਾਡੇ ਲੋਕੀ ਪਤਾ ਕੀ ਕਰਦੇ ਨੇ, ਉਹ ਜਿਹੜੀਆਂ ਵਿੱਚ ਹੋਸਟਸ, 에ਅਰ ਹੋਸਟਸ ਫਿਰਦੀਆਂ ਨੇ ਬੀਬੀਆਂ, ਉਹਨਾਂ ਨੂੰ ਵਾਰ-ਵਾਰ ਕਹਿੰਦੇ ਸਾਨੂੰ ਬੀਅਰ ਹੀ ਲਿਆ ਦਿਓ, ਹੋਰ ਸ਼ਰਾਬ ਹੀ ਲਿਆ ਦਿਓ। ਇਹਨਾਂ ਨੇ ਸ਼ਰਾਬ ਹੀ ਪੀਣ ਤੇ ਜ਼ੋਰ ਦਿੱਤਾ ਹੁੰਦਾ। ਕੋਈ ਵਿਆਹ ਦੇਖ ਲਓ, ਜੇ ਸ਼ਰਾਬ ਨਾ ਪਾਓ ਤੇ ਵਿਆਹ ਹੀ ਨਹੀਂ ਗਿਣਿਆ ਜਾਂਦਾ, ਉਹਨੂੰ ਵਿਆਹ ਨਹੀਂ ਗਿਣਿਆ ਜਾਂਦਾ। ਵਿਆਹਾਂ ਤੇ ਹੋਰ ਗਿਫਟ ਤੇ ਆਪਾਂ ਦਿੰਦੇ, ਕਿਤੇ ਕਿਸੇ ਨੇ ਕਿਤਾਬ ਵੀ ਗਿਫਟ ਦਿੱਤੀ ਕਿਸੇ ਨੂੰ ਕਿ ਆਪਣੀ ਬੱਚੀ ਨੂੰ ਕੋਈ ਵਧੀਆ ਲਿਟਰੇਚਰ ਦਈਏ, ਬੀਬਾ ਇਹ ਪੜ੍ਹਿਆ ਕਰ ਜਾ ਕੇ, ਤੇਰੀ ਜ਼ਿੰਦਗੀ ਸਵਰੇਗੀ। ਕਿਉਂਕਿ ਸਾਡਾ ਲਿਟਰੇਚਰੀ ਸੁਭਾਅ ਹੈ ਹੀ ਨਹੀਂ ਹੈ, ਅਸੀਂ ਪੜ੍ਹਨ ਵਾਲੇ ਬੰਨੇ ਲੱਗੇ ਨਹੀਂ। ਇਹ ਗੱਲ ਚੇਤੇ ਰੱਖਣਾ, ਤਲਵਾਰ ਦਾ ਯੁੱਗ ਨਹੀਂ ਹੈ ਹੁਣ, ਬੰਦੂਕ ਦਾ ਯੁੱਗ ਨਹੀਂ ਹੈ ਹੁਣ ਯੁੱਗ ਵਿਚਾਰ ਦਾ ਹੈ, ਹੁਣ ਯੁੱਗ ਕਲਮ ਦਾ ਹੈ। ਜੇ ਆਪਾਂ ਵਿਚਾਰ ਨੂੰ ਤਗੜਿਆਂ ਬਣਾਵਾਂਗੇ ਤੇ ਅਸੀਂ ਧਰਤੀ ਤੇ ਵਿਕਸਿਤ ਹੁੰਦੇ ਰਵਾਂਗੇ। ਮਤਾਂ ਸੋਚਣਾ ਕਿ ਪੈਸੇ ਨਾਲ ਅੱਗੇ ਵੱਧ ਜਾਵਾਂਗੇ ਜਾਂ ਤਲਵਾਰ ਨਾਲ ਅੱਗੇ ਵੱਧ ਜਾਵਾਂਗੇ। ਹੁਣ ਯੁੱਗ ਵਿਚਾਰ ਦਾ ਯੁੱਗ ਹੈ, ਹੁਣ ਦੀ ਗੱਲ ਨਹੀਂ ਹੈ। ਪਹਿਲਾਂ ਵੀ ਦੇਖ ਲਓ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੰਗਾਂ ਲੜੀਆਂ ਮਜਬੂਰੀ ਦੇ ਵਿੱਚ, ਮਜਬੂਰੀ 'ਚ, ਲੇਕਿਨ ਉਹਨਾਂ ਦੇ ਕੋਲ ਕਲਮ ਦੀ ਤਾਕਤ ਕਿੱਡੀ ਵੱਡੀ ਸੀ।
सतगुरु जी ने 52 कवि रखे सन। सतगुरु जी ने आप किन्नी रचना उच्चारण की है। और सतगुरु जी ने अपने सब तो जिहड़ा उन्हां दा कट्टड़ विरोधी सी औरंगजेब, उन्होंने तलवार नाल नहीं मारिया, उन्होंने कलम दे नाल मारिया। सतगुरु जी ने जफरनामा लिखिया, सतगुरु जी का जफरनामा पढ़ के औरंगजेब जिहड़ा झूरदा ही मर गया। और इतिहासकार लिखते कि सतगुरु जी ने अपनी कलम दे नाल औरंगजेब नूं मारिया। सच सुना दिता है। अज कलम की लोड़ है, अज सानू पढ़न वाले बन्ने लगन की लोड़ है। जे असीं कौमी तौर ते विच उठना चाहुंदे हां, विचार वधिया बनाउणी पैगी। विचार तां बनेगी जे आपां चंगा लिटरेचर पढ़ांगे, चंगी लाइब्रेरी भी जावांगे। साडियां ते लाइब्रेरियां टाउनां दीयां भी खत्म हो गईयां, उत्थे भी कोई पढ़न लई नहीं जांदा। जाके देख लो, बहुत भागां वाले चंगे चंगे बंदे ने जिहड़े पढ़न जांदे ने, नहीं ते किते डिस्कस हुंदी नहीं पढ़न दे बारे। मैं बेनती कर रहा सां कि साडी विचार वधिया बने। ਉਹਦੇ ਲਈ ਸਾਨੂੰ सतगुरु जी ने जो आत्मिक तौर ते, सरीरक तौर ते ਜਾਂ ਸਮਾਜਿਕ तौर ते ਸਾਨੂੰ ਉੱਚੀਆਂ ਉਠਾਉਣ ਦੇ ਲਈ, ਸਾਡੀ ਸ਼ਖਸੀਅਤ ਨੂੰ ਵਧੀਆ ਬਣਾਉਣ ਦੇ ਲਈ सतगुरु जी ने जो ਦਾਤ ਦਿੱਤੀ ਬੜੀ ਪਿਆਰੀ ਹੈ। ਗੁਰਬਾਣੀ ਸਮੁੰਦਰ ਹੈ, ਰਤਨਾਂ ਦੇ ਨਾਲ ਭਰੀ ਪਈ ਹੈ। ਇਹ ਗੱਲ ਚੇਤੇ ਰੱਖਿਓ, ਜੋ ਦਾਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਮਨੁੱਖਤਾ ਨੂੰ ਮਿਲ ਸਕਦੀ ਹੈ, ਉਹ ਦੁਨੀਆ ਦੇ ਵਿੱਚੋਂ ਤੁਹਾਨੂੰ ਕਿਤੇੋਂ ਨਹੀਂ ਮਿਲੇਗੀ, ਜਿੱਥੇ ਮਰਜ਼ੀ ਚਲੇ ਜਾਓ। गुरु ग्रंथ साहिब जी कोई कथा कहानियां नहीं है, कोई काल्पनिक गल्लां नहीं है, कोई इतिहासक घटनावां नहीं है। गुरु ग्रंथ साहिब जी ने मनुखा जिंदगी की सच्चाई की गल की है, वैल्यू की गल की है। गुरु ग्रंथ साहिब जी ने जो सानू मार्ग दिता है कि असीं अपनी शख्सियत की वधिया उसारी कर सकीए। जिहड़े प्रथाए भगत जी ने कि असीं बेड़ा बंद न सकियो बंधन की वेला, पर सरवर जा उछले तब तरन दुहेला। बंदिया जदों वेड़ा सी उदों ते बेड़ा तैयार नहीं कीता। दरियावां दे कंढे ते जिहड़े लोक हुंदे ने, जिथे वरखा बहुती हुंदी है, उन्होंने पता है जो वरखा होनी है किते नदी नाले तो पार जाना पैना है, तो वो कोई ना कोई बेड़ा सानू बनाना पैना है। वो जिमें किमें कोई पीपियां दा, जिमें लकड़ां दा कोई ना कोई अपना तुला तैयार कर लेंदे ने पार जाने के लिए। पर जिन्हां ने नहीं किया, वो जदों हड़ आएगा किवें पार करनगे। सतगुरु जी कहंदे साडी जिंदगी च भी हड़ आउंदे ही रहने ने, तूफान आउंदे रहने ने। जिंदगी इस लई सी नहीं दित्ती कि आपां केवल पैसा ही इकट्ठा करी जाइए तो असीं बच जावांगे दुखां तो। पैसा दुखां तो नहीं बचाएगा, पैसा सहूलत है, लोड़ है, वो साडियां दुनियावी लोड़ां पूरियां कर सकदा है, पर पैसा दुखां तो नहीं बचाएगा। दुनियावी रुतबा दुखां तो नहीं बचाएगा। दुनियावी मनुखां दी टेक सानू दुखां तो नहीं बचाएगी। दुखां तो जदों बचना है, असीं आप बचना है। असीं जे मानसिक तौर ते तगड़े होवांगे, कोई दुख सानू दुखा नहीं सकेगा। सतगुरु जी कहते वो बेड़ा तो असीं तैयार नहीं किया। बेड़ा तैयार देखो कि जिथे शख्सियत का बेड़ा तैयार करना है, उत्थे कौमी तौर पर भी विपतावां दे नाल टक्कर लैण दे लई पहलां बानण बनने पैंदे ने। मुल्खां दे वल्लों भी टक्कर लैण दे लई पहलां तैयारी करनी पैंदी है। ते जिन्हां मुल्खां दीयां गौरमेंटां अवेसलियां ने, अनरिस्पोंसिबल ने, आपां देखदे अपने मुल्ख दा हाल। अपने मुल्क च जदों महामारी पसरी तो हुण रस्ता ही कोई नहीं है। पहला असीं कहने असीं जित प्राप्त कर ली। यह है गैर जिम्मेवार गौरमेंटां दी निशानी कि लोग मर रहे ने, गौरमेंटां नूं फिक्र ही कोई नहीं है। यह तैयारी ना कीती होए ते विपता सिर ते आ जाए, फिर तो बेड़ा डुबदा ही है। सतगुरु जी कहंदे जे आपां इन्हां विपतावां तो पार उतरना चाहुंदे आ, अपने बेड़े नूं तैयार करना चाहुंदे, तीन चीज़ां आपां जिंदगी चेते रखीए। एक नाम, एक दान, एक इशनान। नाम का अर्थ है परमात्मा की चिंतन विच जुड़ना, परमात्मा की विचार जुड़ना। हर मनुख का फर्ज है परमात्मा नूं चेते करे। ये नहीं कि जिहड़े धर्म स्थान ते बैठे उन्हां दा फर्ज है, जां जिहड़े धार्मिक अदारे च उन्हां दा फर्ज है। हर मनुख नूं परमात्मा का शुकराना करना चाहिए। हर मनुख नूं परमात्मा ने जिंदगी दिती है। हर मनुख नूं परमात्मा ने धरती तुरन दे लई दिती है, हवा दिती है, पानी दिता है। कितना अमोल है सब कुछ। हवा कितनी अमोल है पता लग गया सानू। हुण आक्सीजन खरीदण लई किन्ने लोग विचारे परेशान हो रहे ने। रब ने तो मुफ्त आक्सीजन दिती सी सानू, रब ने मुफ्त दिती सी। जिथे एक पिपल का दरख्त होए ना, उत्थे किन्नी आक्सीजन हुंदी है, किन्ने सिलेंडर हुंदे ने आक्सीजन दे। रब ने तो मुफ्त दिता है। बंदे दे हथ जदों कोई चीज़ आ जाए ना, बंदे दे हथ, फिर इदां ही हुंदा है कि 2000 की चीज़ जिहड़ी 50,000 नूं मिलेगी। ये बंदे दे हथ जदों ताकत आ गई ना, क्योंकि बंदे ने काबू कर लिया, पानी पानी बेचना शुरू करता, बंदे ने हवा बेचनी शुरू करती, बंदे ने साह बेचने शुरू कर दिते। ये मनुख की फितरत है कि मनुख दूजे नूं मारना चाहुंदा है। परमात्मा ने सानू दिता है सब कुछ। जिस परमात्मा ने इन्ना कुछ दिता है, उस परमात्मा तो धन्नवाद तो करना बनता ही है ना। इस करके धन्नवाद कर दिया करिए। देखो किन्ने हालात खराब ने।
ਵਾਹਿਗੁਰੂ ਜੀ ਨੇ ਸਾਨੂੰ ਜੇ ਇਹੋ ਜਿਹੇ ਮੌਕੇ ਤੇ ਤੰਦਰੁਸਤੀ ਦਿੱਤੀ ਹੈ, ਸਾਡਾ ਪਰਿਵਾਰ ਤੰਦਰੁਸਤ ਹੈ, ਤੇ ਉਹਦਾ ਤੇ ਧੰਨਵਾਦ ਕਰਨਾ ਬਣਦਾ ਹੀ ਹੈ ਨਾ, ਕਿ ਵਾਹਿਗੁਰੂ ਤੁਹਾਡਾ ਧੰਨਵਾਦ ਹੈ, ਤੁਸੀਂ ਇੰਨੀ ਵਰਦੀ ਅੱਗ ਦੇ ਵਿੱਚੋਂ ਸਾਨੂੰ ਸੁਰੱਖਿਅਤ ਰੱਖਿਆ ਹੋਇਆ। ਰਾਤ ਨੂੰ ਸੌਂਦੇ ਆ, ਸਵੇਰੇ ਆਪਾਂ ਠੀਕ ਠਾਕ ਸੁੱਤੇ ਉੱਠ ਜਾਂਦੇ, ਤੇ ਸਵੇਰੇ ਉੱਠ ਕੇ ਇੱਕ ਵਾਰੀ ਤੇ ਪ੍ਰਮਾਤਮਾ ਦਾ ਧੰਨਵਾਦ ਕਰਨਾ ਬਣਦਾ ਹੀ ਹੈ ਕਿ ਵਾਹਿਗੁਰੂ ਤੁਹਾਡੀ ਕਿਰਪਾ ਸਦਕਾ ਰਾਤ ਵਧੀਆ ਲੰਘੀ, ਜੀਂਦੇ ਜਾਗਦੇ ਆਪਾਂ ਉੱਠ ਪਏ ਆ। ਹੁਣ ਜਿਹੜਾ ਬੰਦਾ ਇਹ ਵੀ ਨਾ ਕਰੇ, ਉਹ ਅਕਿਰਤ ਕਹਾਣੀ ਹੋਏਗਾ, ਤੇ ਹੋਰ ਕੀ ਹੋਏਗਾ? ਇਹਦੋਂ ਵੱਡੀ ਅਕਿਰਤ ਘਣਤਾ ਕੀ ਹੋ ਸਕਦੀ ਹੈ? ਪਰਮਾਤਮਾ ਨੂੰ ਇਸ ਧਰਤੀ ਦੇ ਉੱਪਰ ਵੱਧਦੀ ਆਬਾਦੀ ਦਾ ਕੋਈ ਭਾਰ ਨਹੀਂ ਹੈ, ਇਸ ਧਰਤੀ ਨੂੰ ਪਰਬਤਾਂ ਦਾ ਕੋਈ ਭਾਰ ਨਹੀਂ ਹੈ, ਇਸ ਧਰਤੀ ਨੂੰ ਦਰਿਆਵਾਂ ਸਮੁੰਦਰਾਂ ਦੇ ਪਾਣੀ ਦਾ ਕੋਈ ਭਾਰ ਨਹੀਂ ਹੈ। ਧਰਤੀ ਨੂੰ ਜੇ ਭਾਰ ਹੈ ਅਕਿਰਤ ਕਣ ਲੋਕਾਂ ਦੇ, ਭਾਰੇ ਭੋਈ ਅਕਿਰਤ ਕਣ ਮੰਦੀ ਹੋ ਮੰਦੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਜੇ ਧਰਤੀ ਤੇ ਤੁਸੀਂ ਸੁਖੀ ਜੀਵਨ ਬਤੀਤ ਕਰਨਾ ਹੈ, ਤੇ ਆਪਣੀ ਜ਼ਿੰਦਗੀ ਦੇ ਬੇੜੇ ਨੂੰ ਮਜ਼ਬੂਤ ਬਣਾਓ, ਆਪਣੀ ਸ਼ਖਸੀਅਤ ਨੂੰ ਮਜ਼ਬੂਤ ਬਣਾਓ, ਆਪਣੀ ਜ਼ਿੰਦਗੀ ਦਾ ਜਿਹਨੂੰ ਆਪਾਂ ਔਰਾ ਕਹਿੰਦੇ ਉਹਨੂੰ ਮਹਾਨ ਬਣਾ ਲਓ। ਉਹ ਕਿਵੇਂ ਬਣੇਗਾ? ਤੁਹਾਡੀ ਵਿਚਾਰ ਵਧੀਆ ਹੋਣੀ ਚਾਹੀਦੀ ਹੈ। ਜਿਹੋ ਜੀ ਤੁਹਾਡੀ ਵਿਚਾਰ ਹੋਏਗੀ, ਉਹੋ ਜੀ ਤੁਹਾਡੀ ਸ਼ਖਸੀਅਤ ਹੋਏਗੀ। ਹੁਣ ਸਾਡੀ ਵਿਚਾਰ ਵਧੀਆ ਬਣੇ, ਉਹਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਨਾਮ। ਨਾਮ ਦਾ ਅਰਥ ਹੈ ਪ੍ਰਮਾਤਮਾ ਦੀ ਯਾਦ, ਪ੍ਰਮਾਤਮਾ ਦਾ ਸਿਮਰਨ। ਕੋਈ ਕਿਸੇ ਵੀ ਤਰੀਕੇ ਨਾਲ ਕਰੇ, ਕੋਈ ਨਾਮ ਲੈ ਕੇ ਪ੍ਰਮਾਤਮਾ ਨੂੰ ਚੇਤੇ ਕਰੇ, ਕੋਈ ਮੰਦਰ 'ਚ ਜਾ ਕੇ ਕਰੇ, ਕੋਈ ਮਸਜਿਦ ਜਾ ਕੇ ਕਰੇ, ਕੋਈ ਗੁਰਦੁਆਰੇ ਜਾ ਕੇ ਕਰੇ, ਕਿਸੇ ਵੀ ਤਰੀਕੇ ਨਾਲ ਰੱਬ ਨੂੰ ਚੇਤੇ ਕਰੇ। ਜਦੋਂ ਅਸੀਂ ਪ੍ਰਮਾਤਮਾ ਨੂੰ ਚੇਤੇ ਕਰਦੇ ਹਾਂ ਨਾ, ਅਸੀਂ ਆਤਮਿਕ ਤੌਰ ਤੇ ਬਲਵਾਨ ਹੁੰਦੇ ਹਾਂ, ਅੰਦਰੋਂ ਅਸੀਂ ਪਿਓਰ ਹੁੰਦੇ ਹਾਂ। ਜਿੰਨੇ ਅੰਦਰੋਂ ਅਸੀਂ ਪਿਓਰ ਹੋਵਾਂਗੇ, ਪਵਿੱਤਰ ਹੋਵਾਂਗੇ, ਉਹਨੇ ਅਸੀਂ ਤਗੜੇ ਹੋਵਾਂਗੇ, ਉਹਨੇ ਅਸੀਂ ਮਜ਼ਬੂਤ ਹੋਵਾਂਗੇ। ਜਿੰਨੇ ਅੰਦਰੋਂ ਅਸੀਂ ਮੈਲੇ ਹੋਵਾਂਗੇ, ਬੇਈਮਾਨ ਹੋਵਾਂਗੇ, ਅੰਦਰੋਂ ਅਸੀਂ ਚਲਾਕ ਹੋਵਾਂਗੇ, ਚਤੁਰ ਹੋਵਾਂਗੇ, ਅੰਦਰੋਂ ਅਸੀਂ ਕਪਟੀ ਹੋਵਾਂਗੇ, ਉਹਨੇ ਅਸੀਂ ਕਮਜ਼ੋਰ ਹੋਵਾਂਗੇ, ਉਹਨਾਂ ਅਸੀਂ ਦੁੱਖਾਂ ਦੇ ਅੱਗੇ ਜਲਦੀ ਟਹਿ ਜਾਵਾਂਗੇ। ਇਸ ਕਰਕੇ ਅੰਦਰੋਂ ਅਸੀਂ ਪਵਿੱਤਰ ਹੋ ਸਕੀਏ, ਸਾਨੂੰ ਸਾਡੇ ਸਤਿਗੁਰੂ ਜੀ ਨੇ ਦਾਤ ਦਿੱਤੀ ਨਾਮ। ਪ੍ਰਮਾਤਮਾ ਦਾ ਸਿਮਰਨ ਕਰੋ, ਵਾਹਿਗੁਰੂ ਜੀ ਦੇ ਪਿਆਰ ਜੁੜੋ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ। ਵਾਹਿਗੁਰੂ ਜੀ ਦਾ ਨਾਮ ਜ਼ਰੂਰੀ ਨਹੀਂ ਕਿ ਮਾਲਾ ਫੜ ਕੇ ਜਪੀਏ ਆਪਾਂ। ਵਾਹਿਗੁਰੂ ਜੀ ਦੇ ਨਾਮ ਜਪਣ ਦੀ ਤੇ ਜੁਗਤ ਸਾਨੂੰ ਸਾਡੇ ਸਤਿਗੁਰੂ ਜੀ ਨੇ ਬੜੀ ਸੋਹਣੀ ਦਿੱਤੀ ਹੈ। ਰੋਟੀ ਖਾਣ ਲੱਗੀ ਹੋ, ਵਾਹਿਗੁਰੂ ਜੀ ਨੂੰ ਇੱਕ ਵਾਰੀ ਚੇਤੇ ਕਰ ਲਓ, ਇਹ ਵੀ ਤੇ ਵਾਹਿਗੁਰੂ ਦਾ ਸਿਮਰਨ ਹੈ। ਘਰ 'ਚ ਵੜਨ ਲੱਗੇ ਹੋ, ਘਰ ਨੂੰ ਦੇਖ ਕੇ ਵਾਹਿਗੁਰੂ ਜੀ ਨੂੰ ਧੰਨਵਾਦ ਕਰ ਦਿਓ, ਵਾਹਿਗੁਰੂ ਜੀ ਇੰਨਾ ਸੋਹਣਾ ਘਰ ਸਾਨੂੰ ਰਹਿਣ ਲਈ ਦਿੱਤਾ ਤੁਸੀਂ, ਇਹ ਵੀ ਤੇ ਵਾਹਿਗੁਰੂ ਦਾ ਸਿਮਰਨ ਹੀ ਹੈ। ਕੰਮਕਾਰ ਤੇ ਜਾਂਦੇ, ਕੰਮਕਾਰ ਨੂੰ ਦੇਖ ਕੇ ਰੱਬ ਦਾ ਸ਼ੁਕਰਾਨਾ ਕਰ ਦਿਓ ਕਿ ਪ੍ਰਮਾਤਮਾ ਸਾਨੂੰ ਇੰਨਾ ਸੋਹਣਾ ਕਾਰੋਬਾਰ ਤੁਸੀਂ ਦਿੱਤਾ ਹੈ, ਸਾਨੂੰ ਇੰਨੇ ਸੋਹਣੇ ਰੁਤਬੇ ਸਾਨੂੰ ਦਿੱਤੇ ਨੇ ਤੁਸੀਂ, ਸਾਨੂੰ ਇੰਨਾ ਸੋਹਣਾ ਪਰਿਵਾਰ ਦਿੱਤਾ ਹੈ, ਸਾਨੂੰ ਤੰਦਰੁਸਤੀ ਦਿੱਤੀ। ਇਹਨੂੰ ਹੀ ਤੇ ਸਿਮਰਨ ਕਿਹਾ ਜਾਂਦਾ, ਚੇਤੇ ਕਰਨਾ। ਸਿਮਰਨ ਦਾ ਅਰਥ ਹੈ ਚੇਤੇ ਕਰਨਾ, ਯਾਦ ਕਰਨਾ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਵਾਰ-ਵਾਰ ਚੇਤੇ ਕਰਨਾ, ਵਾਰ-ਵਾਰ ਪ੍ਰਭ ਜਪੀਏ, ਉਸ ਪ੍ਰਮਾਤਮਾ ਨੂੰ ਚੇਤੇ ਕਰਨਾ। ਜਿੰਨਾ ਉਸ ਪ੍ਰਮਾਤਮਾ ਨੂੰ ਚੇਤੇ ਕਰਾਂਗੇ, ਉਹਨਾਂ ਅਸੀਂ ਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਜਾਵਾਂਗੇ, ਪਰਮਾਤਮਾ ਨਾਲ ਜੁੜ ਕੇ ਪਰਮਾਤਮਾ ਵਰਗੇ ਬਣਦੇ ਜਾਵਾਂਗੇ, ਆਨੰਦ ਵਿੱਚ ਲਿਵਲੀਨ ਹੁੰਦੇ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜੇ ਤੁਸੀਂ ਅੰਦਰੋਂ ਮਜ਼ਬੂਤ ਹੋਣਾ ਚਾਹੁੰਦੇ ਹੋ, ਆਪਣੀ ਸ਼ਖਸੀਅਤ ਨੂੰ ਮਹਾਨ ਬਣਾਉਣਾ ਚਾਹੁੰਦੇ ਹੋ, ਤੇ ਫਿਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੋ, ਪਰਮਾਤਮਾ ਨੂੰ ਚੇਤੇ ਰੱਖੋ, ਪ੍ਰਭੂ ਦੀ ਬੰਦਗੀ 'ਚ ਜੁੜਿਆ ਕਰੋ। ਅਸੀਂ ਸਰੀਰਕ ਤੌਰ ਤੇ ਤਗੜੇ ਰਹਿ ਸਕੀਏ, ਸਾਨੂੰ ਸਾਡੇ ਸਤਿਗੁਰੂ ਜੀ ਨੇ ਦਾਤ ਦਿੱਤੀ ਇਸ਼ਨਾਨ ਦੀ। ਇਸ਼ਨਾਨ ਦਾ ਅਰਥ, ਇੱਕ ਅਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਹਾਂ, ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਪਰ ਇਸ਼ਨਾਨ ਕੇਵਲ ਉਹੀ ਨਹੀਂ ਹੈ। ਜਿੱਥੇ ਅਸੀਂ ਪਾਣੀ ਦੇ ਨਾਲ ਸਰੀਰ ਨੂੰ ਸਵੱਛ ਕਰਦੇ ਹਾਂ, ਸਰੀਰ ਦਾ ਇਸ਼ਨਾਨ ਕਰਦੇ ਹਾਂ, ਉੱਥੇ ਪ੍ਰਮਾਤਮਾ ਦੇ ਵਿੱਚ ਸੁਰਤ ਨੂੰ ਜੋੜ ਕੇ ਆਪਣੀ ਸੁਰਤ ਦਾ ਇਸ਼ਨਾਨ ਵੀ ਕਰਨਾ, ਸੁਰਤ ਨੂੰ ਪਵਿੱਤਰ ਕਰਨਾ। ਜੇ ਸੁਰਤ ਮੈਲੀ ਹੋਈ ਤਾਂ ਵੀ ਅਸੀਂ ਜ਼ਿੰਦਗੀ ਅੰਦਰ ਤੰਦਰੁਸਤ ਨਹੀਂ ਰਹਿ ਸਕਾਂਗੇ। ਇਸ਼ਨਾਨ ਦਾ ਅਰਥ ਹੈ ਆਪਣੇ ਵਿਚਾਰ ਨੂੰ ਵਧੀਆ ਰੱਖਣਾ, ਆਪਣੇ ਕਿਰਦਾਰ ਨੂੰ ਵਧੀਆ ਰੱਖਣਾ, ਆਪਣੇ ਆਹਾਰ ਨੂੰ ਮੈਲ ਤੋਂ ਰਹਿਤ ਰੱਖਣਾ, ਔਰ ਇਸੇ ਤਰੀਕੇ ਦੇ ਨਾਲ ਆਪਣੇ ਵਿਚਾਰ ਨੂੰ ਮੈਲ ਤੋਂ ਰਹਿਤ ਰੱਖਣਾ। ਤੁਹਾਡੇ ਵਿਚਾਰ ਮਾੜੇ ਹੋਣਗੇ ਤਾਂ ਵੀ ਤੁਸੀਂ ਤੰਦਰੁਸਤ ਨਹੀਂ ਰਹਿ ਸਕੋਗੇ। ਵਿਚਾਰ ਵੀ ਮਨੁੱਖ ਨੂੰ ਰੋਗੀ ਬਣਾਉਂਦੇ ਨੇ। ਡਾਕਟਰ ਸਾਹਿਬ ਕੋ ਜਾਈਏ ਨਾ, ਕਈ ਵਾਰ ਡਾਕਟਰ ਸਾਹਿਬ ਕਹਿੰਦੇ ਤੂੰ ਚਿੰਤਾ ਬਹੁਤ ਕਰਦਾ, ਤੂੰ ਸੋਚਦਾ ਬੜਾ, ਤੂੰ ਸੋਚਦਾ ਬੜਾ, ਤਾਂ ਤੇਰਾ BP ਬਹੁਤ ਵਧਣ ਲੱਗ ਪਿਆ, ਸੋਚਦਾ ਬੜਾ। ਦੇਖੋ, ਜਦੋਂ ਕੋਈ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਅੰਦਰ ਸੰਕਟ ਦਾ ਸਮਾਂ ਆ ਜਾਏ, ਅਸੀਂ ਬਹੁਤ ਸੋਚਦੇ ਹਾਂ, ਸੋਚਦੇ ਸੋਚਦੇ ਅਸੀਂ ਡਿਪਰੈਸ਼ਨ ਚਲੇ ਜਾਂਦੇ ਹਾਂ, ਸੋਚਦਿਆਂ ਸੋਚਦਿਆਂ ਸਰੀਰ 'ਚ ਕਈ ਰੋਗ ਪੈਦਾ ਹੋ ਜਾਂਦੇ ਨੇ, ਚਿੰਤਾ ਆ ਜਾਏ ਸਰੀਰ 'ਚ ਕਈ ਰੋਗ ਪੈਦਾ ਹੁੰਦੇ ਨੇ। ਰੱਬ ਨੇ ਕੋਈ ਰੋਗ ਨਹੀਂ ਲਗਾਇਆ, ਰੱਬ ਕਿਸੇ ਨੂੰ ਕੋਈ ਰੋਗ ਲਗਾਉਣਾ ਨਹੀਂ ਚਾਹੁੰਦਾ,
ਸਾਡੀ ਜ਼ਿੰਦਗੀ 'ਚ ਰੋਗਾਂ ਦਾ ਮੁੱਖ ਕਾਰਨ ਹੈ ਇੱਕ ਸਾਡਾ ਆਹਾਰ ਤੇ ਇੱਕ ਸਾਡੀ ਵਿਚਾਰ। ਸਾਡਾ ਆਹਾਰ ਮਾੜਾ ਹੋਏਗਾ ਤਾਂ ਵੀ ਸਰੀਰ ਰੋਗੀ। ਅਸੀਂ ਐਵੇਂ ਹੀ ਸਰੀਰ ਨੂੰ ਡਰਮ ਜਿਹਾ ਸਮਝ ਕੇ ਪਾਈ ਜਾਵਾਂਗੇ ਜੋ ਮਰਜ਼ੀ, ਜਿਵੇਂ ਡਸਟਬਿਨ 'ਚ ਨਹੀਂ ਸੁੱਟੀ ਜਾਈਦਾ, ਤੇ ਸਰੀਰ ਰੋਗੀ ਹੋਏਗਾ। ਸਰੀਰ ਡਸਟਬਿਨ ਨਹੀਂ ਹੈ ਕਿ ਪਾਈ ਜਾਓ ਜੋ ਕੁਝ ਆਉਂਦਾ ਚਲੋ ਜੀ ਮੁੜ ਕੇ ਆਪਾਂ ਚੂਰਨ ਖਾ ਲਾਂਗੇ। ਸਰੀਰ ਇਸ ਲਈ ਨਹੀਂ ਹੈ। ਸਰੀਰ ਬੜੀ ਅਮੋਲਕ ਦਾਤ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ, ਤੇ ਸਰੀਰ ਦੇ ਵਿੱਚ ਜੋ ਜਾਣਾ ਚਾਹੀਦਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਹੋਣਾ ਚਾਹੀਦਾ, ਜੀਵ ਦੇ ਸਵਾਦ ਲਈ ਨਹੀਂ ਹੋਣਾ ਚਾਹੀਦਾ, ਤੰਦਰੁਸਤ ਰੱਖਣ ਲਈ। ਆ ਪਸ਼ੂਆਂ ਪੰਛੀਆਂ ਵੱਲ ਦੇਖੀਏ ਨਾ, ਮਨੁੱਖ ਜੋ ਕੁਝ ਖਾਂਦਾ ਪਸ਼ੂ ਪੰਛੀ ਬਿਲਕੁਲ ਉਹ ਨਹੀਂ ਖਾਂਦੇ। ਇਹ ਗੱਲ ਚੇਤੇ ਰੱਖੋ ਤੁਸੀਂ। ਕਿਸੇ ਪਸ਼ੂ ਦੇ ਅੱਗੇ ਤੁਸੀਂ ਸ਼ਰਾਬ ਰੱਖ ਕੇ ਦੇਖ ਲਓ, ਕਦੀ ਨਹੀਂ ਪੀਏਗਾ। ਮਨੁੱਖ ਲਿਖਿਆ ਵੀ ਹੋਇਆ ਬਾਹਰ ਕਿ ਨਸ਼ਾ ਸਰੀਰ ਲਈ ਘਾਤਕ ਹੈ, ਹਾਨੀਕਾਰਕ ਹੈ, ਤੇ ਬੰਦਾ ਤੇ ਬੜਾ ਮਾਣ ਮਹਿਸੂਸ ਕਰਦਾ ਪੀਣ ਦੇ ਵਿੱਚ, ਔਰ ਪਿਆਉਣ 'ਚ ਵੀ ਬੜਾ ਮਾਣ ਮਹਿਸੂਸ ਕਰਦਾ। ਨਾ ਪੀਏ ਪਿਆਏ ਤੋਂ ਕਹਿੰਦਾ ਕੋਈ ਇੱਜ਼ਤ ਨਹੀਂ ਬਣੀ, ਸਤਿਕਾਰ ਹੀ ਨਹੀਂ ਕੀਤਾ ਸਾਡਾ, ਕੋਈ ਇਹ ਵਿਆਹ ਹੈ ਕੋਈ ਇੱਥੇ, ਸਾਡਾ ਤੇ ਸਤਿਕਾਰ ਹੀ ਕੋਈ। ਉਹਨੂੰ 100 ਪਕਵਾਨ ਖਵਾ ਦਿਓ, ਪਰ ਜੇ ਖਾਣ ਪੀਣ ਵਾਲਿਆਂ ਨੂੰ ਨਾ ਮਿਲੇ ਕੁਝ, ਕਹਿੰਦੇ ਸਾਡਾ ਤੇ ਸਤਿਕਾਰ ਹੀ ਕੋਈ ਨਹੀਂ ਹੋਇਆ। ਮਨੁੱਖ ਦੇ ਰੋਗਾਂ ਦਾ ਕਾਰਨ ਮਨੁੱਖ ਦਾ ਆਹਾਰ ਹੈ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਪਰਮਾਤਮਾ ਨੇ ਪ੍ਰਕਿਰਤੀ 'ਚ ਜੋ ਕੁਝ ਬਣਾਇਆ ਹੈ, ਜੇ ਉਸ ਨਿਯਮ ਅਨੁਸਾਰ ਸਿਖਾਈਏ ਤੇ ਸਾਨੂੰ ਕੋਈ ਰੋਗ ਨਹੀਂ ਲੱਗ ਸਕਦਾ। ਕੋਈ ਰੋਗ ਨਹੀਂ ਮਨੁੱਖ ਦੀ ਜ਼ਿੰਦਗੀ 'ਚ ਆਉਂਦਾ, ਕਿਉਂਕਿ ਸਾਡਾ ਆਹਾਰ ਜਿਹੜਾ ਉਹ ਵਧੀਆ ਨਹੀਂ ਰਿਹਾ। ਸਾਡਾ ਆਹਾਰ ਤੇ ਵਧੀਆ ਨਹੀਂ ਰਿਹਾ। ਜਿਨ੍ਹਾਂ ਚੀਜ਼ਾਂ ਨਾਲ ਸਾਡੀ ਸਾਂਝ ਬਣੀ, ਜੇ ਅਸੀਂ ਘਰਾਂ 'ਚ ਪੈਟਸ ਪਾਲੇ ਨੇ, ਕੋਈ ਪਸ਼ੂ ਪਾਲੇ ਨੇ, ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਖਵਾਉਣੇ, ਉਹ ਵੀ ਰੋਗੀ ਹੋਣੇ ਸ਼ੁਰੂ ਹੋ ਗਏ। ਕਦੀ ਜਿਹੜੇ ਜੰਗਲੀ ਪਸ਼ੂ ਪੰਛੀ ਨੇ ਉਹ ਕਦੀ ਰੋਗੀ ਹੋਏ ਨੇ? ਕਦੀ ਉਹਨਾਂ ਨੂੰ ਹਸਪਤਾਲ 'ਚ ਲਿਆਉਣਾ ਪਿਆ? ਜਿਹੜੇ ਸਾਡੇ ਘਰਾਂ 'ਚ ਨੇ ਕੁੱਤੇ ਬਿੱਲੀਆਂ, ਉਹਨਾਂ ਨੂੰ ਹਸਪਤਾਲ ਲਿਜਾਣਾ ਪੈਂਦਾ, ਕਿਉਂਕਿ ਉਹਨਾਂ ਨੂੰ ਅਸੀਂ ਆਪਣੀ ਮਰਜ਼ੀ ਅਨੁਸਾਰ ਖਵਾਉਂਦੇ ਹਾਂ। ਮਰਜ਼ੀ ਅਨੁਸਾਰ ਖਵਾਵਾਂਗੇ ਉਹ ਰੋਗੀ ਹੋਣਗੇ, ਉਹਨਾਂ ਦੀ ਮਰਜ਼ੀ ਅਨੁਸਾਰ ਨਹੀਂ ਖਵਾਉਂਦੇ। ਇਸ ਕਰਕੇ ਸਾਡੇ ਰੋਗਾਂ ਦਾ ਕਾਰਨ ਹੈ ਕਿ ਅਸੀਂ ਮਨ ਮਰਜ਼ੀ ਦਾ ਖਾਣਾ ਚਾਹੁੰਦੇ ਹਾਂ, ਜੋ ਜੀ ਚਾਹੇ ਜੀਵ ਦੇ ਚਸਕੇ ਮਗਰ। ਇੱਥੋਂ ਸਾਡੇ ਰੋਗ ਖੜੇ ਹੁੰਦੇ। ਗੁਰਬਾਣੀ ਕਹਿੰਦੀ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਤੇ ਅਗਲੀ ਗੱਲ ਹੈ ਵਿਚਾਰ। ਸਾਡਾ ਵਿਚਾਰ ਮਾੜਾ ਹੋਏਗਾ ਤਾਂ ਵੀ ਰੋਗੀ ਹੋ ਜਾਵਾਂਗੇ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਹੁਤ ਵੱਡੀ ਮਨੋਵਿਗਿਆਨਕ ਗੱਲ ਕਹੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਏ। ਉਹ ਬੰਦਿਆ ਜ਼ਿੰਦਗੀ 'ਚ ਬੁਰੇ ਆਦਮੀ ਦਾ ਵੀ ਭਲਾ ਕਰਿਆ ਕਰ। ਭਲਿਆਂ ਦਾ ਤੇ ਕਰਨਾ ਹੈ। ਕੋਈ ਬੁਰਾ ਆਦਮੀ ਤੇਰੇ ਨਾਲ ਬੁਰਾਈ ਕਰਦਾ, ਉਹਦਾ ਵੀ ਭਲਾ ਹੀ ਕਰ, ਉਹਦੇ ਬਾਰੇ ਬੁਰਾ ਨਾ ਸੋਚ, ਬਦਲੇ ਦੀ ਭਾਵਨਾ ਨਾ ਰੱਖ, ਮਨ 'ਚ ਐਵੇਂ ਗੁੱਸਾ ਨਾ ਰੱਖ ਉਹਦੇ ਪ੍ਰਤੀ। ਜੇ ਤੂੰ ਮਨ 'ਚ ਗੁੱਸਾ ਰੰਗੇਗਾ ਤੂੰ ਹੀ ਰੋਗੀ ਹੋਏਗਾ। ਇੱਕ ਮਹਾਂਪੁਰਖ ਨੇ ਲਿਖਿਆ ਕਿ ਗੁੱਸੇ ਦਾ ਅਰਥ ਕੀ ਹੈ? ਗੁੱਸੇ ਦਾ ਅਰਥ ਹੈ ਕਿ ਗਲਤੀ ਕਿਸੇ ਦੀ ਤੇ ਸਜ਼ਾ ਆਪਣੇ ਆਪ ਨੂੰ ਦੇਣੀ। ਜਦੋਂ ਅਸੀਂ ਗੁੱਸਾ ਕਰਦੇ ਕਿਸੇ ਦਾ ਕੁਝ ਨਹੀਂ ਵਿਗੜਦਾ। ਗੁੱਸਾ ਅੱਗ ਹੈ, ਉਹ ਸਾਡੇ ਸਰੀਰ ਨੂੰ ਸਾੜਦਾ ਹੈ। ਅਸੀਂ ਅੰਦਰੋਂ ਐਨ ਗੁੱਸੇ ਦੇ ਨਾਲ, ਕ੍ਰੋਧ ਦੇ ਨਾਲ ਭਰ ਜਾਂਦੇ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੂੰ ਗੁੱਸਾ ਨਹੀਂ ਕਰੇਗਾ ਦੇਹੀ ਰੋਗ ਨਾ ਲੱਗੀ, ਤੇਰੇ ਸਰੀਰ ਤੇ ਰੋਗ ਹੀ ਕੋਈ ਨਹੀਂ ਆਏਗਾ। ਬਹੁਤੇ ਰੋਗ ਗੁੱਸਾ ਚੋਂ, ਕ੍ਰੋਧ ਵਿੱਚੋਂ ਪੈਦਾ ਹੁੰਦੇ ਨੇ, ਚਿੰਤਾ ਵਿੱਚੋਂ ਪੈਦਾ ਹੁੰਦੇ ਨੇ, ਸਾਡੇ ਖਾਣ ਪੀਣ ਵਿੱਚੋਂ ਪੈਦਾ ਹੁੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ਼ਨਾਨ, ਆਪਣੇ ਆਹਾਰ ਨੂੰ ਮੈਲ ਤੋਂ ਰਹਿਤ ਰੱਖੋ, ਆਪਣੇ ਵਿਚਾਰ ਨੂੰ ਮੈਲ ਤੋਂ ਤਰ ਰੱਖੋ, ਆਪਣੇ ਕਿਰਦਾਰ ਨੂੰ ਮੈਲ ਤੋਂ ਤਰ ਰੱਖੋ। ਜਦੋਂ ਤੁਹਾਡਾ ਕਿਰਦਾਰ ਵੀ ਮਾੜਾ ਹੋਏਗਾ ਨਾ, ਲੋਕਾਂ ਦੇ ਸਾਹਮਣੇ ਭਾਵੇਂ ਮੈਂ ਚਿੱਟੇ ਕੱਪੜੇ ਪਾ ਕੇ ਬੈਠ ਜਾਵਾਂ, ਜੇ ਅੰਦਰੋਂ ਮੈਂ ਚੋਰੀਆਂ ਕਰਾਂਗਾ, ਬੇਈਮਾਨੀਆਂ ਕਰਾਂਗਾ, ਤੇ ਇਹ ਤੇ ਮੇਰੇ ਮਨ 'ਚ ਚਿੰਤਾ ਰਹੇਗੀ ਨਾ ਕਿ ਮੇਰੀ ਇਸ ਚੋਰੀ ਦਾ ਕਿਸੇ ਨੂੰ ਪਤਾ ਨਾ ਲੱਗ ਜੇ। ਉਹ ਚਿੰਤਾ ਹੀ ਮੈਨੂੰ ਅੰਦਰੋਂ ਅੰਦਰ ਰੋਗੀ ਕਰ ਦੇਵੇਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਵਿਚਾਰ, ਆਪਣਾ ਕਿਰਦਾਰ, ਆਪਣਾ ਆਹਾਰ ਵਧੀਆ ਰੱਖੋ, ਤੁਸੀਂ ਸਰੀਰਕ ਤੌਰ ਤੇ ਤੰਦਰੁਸਤ ਹੋ ਜਾਓਗੇ। ਮਨ ਤੰਦਰੁਸਤ ਹੋਣਾ ਚਾਹੀਦਾ, ਉਹਦੇ ਲਈ ਨਾਮ ਦੀ ਦਾਤ ਦਿੱਤੀ ਹੈ। ਤਨ ਤੰਦਰੁਸਤ ਰਹੇ ਉਹਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਇਸ਼ਨਾਨ ਦੀ ਦਾਤ ਦਿੱਤੀ ਹੈ। ਕਿਉਂਕਿ ਸਾਡਾ ਸਰੀਰ ਜੀਵਨ ਕੱਲਾ ਇਕੱਲੇ ਤੱਕ ਨਹੀਂ ਹੈ। ਮਨੁੱਖ ਇਕੱਲਾ ਨਹੀਂ ਹੈ, ਇਕਾਂਗੀ ਨਹੀਂ ਹੈ ਕਿ ਮੈਂ ਇਕੱਲਾ ਵਧੀਆ ਰਵਾਂ ਤੇ ਬਾਕੀ ਜਿਹੜੇ ਨਾ ਰਹਿਣ। ਇਹ ਸੋਚ ਮਨੁੱਖ ਦੀ ਬੜੀ ਘਾਤਕ ਹੈ ਕਿ ਮੈਂ ਪ੍ਰਸੰਨ ਰਵਾਂ, ਮੈਂ ਅਮੀਰ ਰਵਾਂ ਤੇ ਬਾਕੀ ਦੁਨੀਆ ਜਿੱਧਰ ਮਰਜ਼ੀ ਜਾਏ। ਇਹ ਸੋਚ ਮਨੁੱਖ ਲਈ ਘਾਤਕ ਹੈ। ਅਸੀਂ ਸਮਾਜਿਕ ਪ੍ਰਾਣੀ ਹਾਂ, ਸਮਾਜਿਕ ਪ੍ਰਾਣੀ, ਸਮਾਜ ਦੇ ਨਾਲ ਜੁੜੇ ਹੋਏ ਹਾਂ। ਜਿਸ ਸਮਾਜ 'ਚ ਰਹਿੰਦੇ ਉਹ ਸਮਾਜ ਵੀ ਵਧੀਆ ਹੋਣਾ ਚਾਹੀਦਾ। ਹਰ ਮਨੁੱਖ ਦੀ ਇੱਕ ਤਾਂਘ ਹੁੰਦੀ ਹੈ ਕਿ ਉਹ ਵਧੀਆ ਟਾਊਨ ਵਿੱਚ ਰਹੇ, ਉਹਦਾ ਘਰ ਜਿਹੜਾ ਵਧੀਆ ਕਲੋਨੀ ਵਿੱਚ ਹੋਏ, ਵਧੀਆ ਟਾਊਨ 'ਚ ਰਹੇ, ਵਧੀਆ ਕਲੋਨੀ 'ਚ ਰਹੇ, ਵਧੀਆ ਸਿਟੀ 'ਚ ਰਹੇ। ਔਰ ਇੱਥੇ ਹੀ ਬਸ ਨਹੀਂ, ਜਿੱਥੋਂ ਤੱਕ ਜ਼ੋਰ ਚੱਲਦਾ ਸੀ ਕਹਿੰਦੀ ਵਧੀਆ ਕੰਟਰੀ 'ਚ ਰਹੀਏ, ਆਪਾਂ ਵਧੀਆ ਕੰਟਰੀ 'ਚ ਰਹੀਏ। ਹੁਣ ਦੇਖੋ ਇੱਕ ਰੁਝਾਨ ਬੜੇ ਹੈ,
ਅਸੀਂ ਜ਼ਿਆਦਾਤਰ ਹਰ ਬੰਦਾ ਸੋਚਦਾ ਹੈ ਕਿਤੇ ਅਸੀਂ ਅਮਰੀਕਾ ਚਲੇ ਜਾਈਏ ਨਾ, ਕੈਨੇਡਾ ਚਲ ਜਾਈਏ, ਆਸਟ੍ਰੇਲੀਆ ਚਲੇ ਜਾਈਏ, ਉੱਥੇ ਜਾ ਕੇ ਰੋਟੀ ਕੋ ਵਿਹਲਿਆਂ ਤਾਂ ਨਹੀਂ ਮਿਲਦੀ, ਉੱਥੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਲੇਕਿਨ ਉੱਥੇ ਕਿਉਂ ਚਲੇ ਜਾਈਏ? ਕਿਉਂਕਿ ਉੱਥੇ ਦਾ ਸਿਸਟਮ ਵਧੀਆ ਹੈ, ਉੱਥੇ ਦੀ এনवायरमेंट ਵਧੀਆ ਹੈ। ਲੇਕਿਨ ਗੁਰਮਤਿ ਨੇ ਸਾਨੂੰ ਇਹ ਮਾਰਗ ਦਿੱਤਾ ਕਿ ਆਪਾਂ ਇੱਥੋਂ ਭੱਜਣਾ ਨਹੀਂ ਹੈ। ਜੇ ਸਮਾਜ ਵਧੀਆ ਨਹੀਂ ਲੱਗਦਾ ਤੁਹਾਨੂੰ ਤੇ ਸਮਾਜ ਤੋਂ ਭੱਜਣਾ ਨਹੀਂ ਹੈ, ਸਮਾਜ ਨੂੰ ਆਪਾਂ ਵਧੀਆ ਬਣਾਉਣਾ ਹੈ। ਸਮਾਜ ਤੋਂ ਭੱਜਿਆ ਸਾਨੂੰ ਕਿਤੇ ਸੁੱਖ ਨਹੀਂ ਮਿਲੇਗਾ। ਜਿਹੜੇ ਸਮਾਜ ਤੋਂ ਭੱਜੇ ਸਨ, ਸਤਿਗੁਰੂ ਜੀ ਨੇ ਭਗੌੜਿਆਂ ਨੂੰ ਵੀ ਸਮਾਜ ਵਿੱਚ ਲਿਆਉਣ ਦੀ ਗੱਲ ਕਹੀ। ਗੁਰੂ ਨਾਨਕ ਸਾਹਿਬ ਜੀ ਸਮੇਰ ਪਰਬਤ ਤੇ ਕੀ ਲੈਣ ਗਏ ਸਨ? ਸਮੇਰ ਪਰਬਤ ਤੇ ਸਿੱਧ ਜੋਗੀ ਰਹਿੰਦੇ, ਜਿਹੜੇ ਸਮਾਜ ਨੂੰ ਛੱਡ ਕੇ ਤੇ ਭਗੌੜੇ ਹੋ ਗਏ ਸਨ, ਸਮਾਜ ਤੋਂ ਵੱਖਰੇ ਹੋ ਬੈਠੇ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਕਿਹਾ, ਆਓ ਸਮਾਜ ਵਿੱਚ ਵਿਚਰੋ ਤੁਸੀਂ। ਸਤਿਗੁਰੂ ਜੀ ਨੂੰ ਉਹਨਾਂ ਨੇ ਇੱਕ ਗੱਲ ਪੁੱਛੀ ਕਿ ਬਾਬਾ ਨਾਨਕ ਜੀ, ਆਪਣੇ ਭਾਰਤ ਮੁਲਕ ਦਾ ਕੀ ਹਾਲ ਚਾਲ ਹੈ? ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਬਾਬਾ ਆਖੇ ਨਾਹ ਜੀ, ਸਤ ਚੰਦਰਮਾ ਕੂੜ ਅੰਧਾਰਾ। ਸਤਿਗੁਰੂ ਜੀ ਕਹਿੰਦੇ ਕਿ ਸੱਚ ਦਾ ਚੰਦਰਮਾ ਤੇ ਨਜ਼ਰ ਨਹੀਂ ਆਉਂਦਾ, ਉੱਥੇ ਕੂੜ ਦਾ ਹਨੇਰਾ ਹੀ ਹੈ। ਸਿੱਧ ਕਹਿੰਦੀ ਆਖਰ ਕਿਉਂ? ਸਤਿਗੁਰੂ ਜੀ ਕਹਿੰਦੇ ਤੁਹਾਡੇ ਕਰਕੇ। ਸਿੱਧ ਸ਼ਬ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਉਹ ਤੁਹਾਡੇ ਵਰਗੇ ਬੰਦੇ ਲੁਕ ਕੇ ਬੈਠ ਗਏ ਤੇ ਦੁਨੀਆ ਦਾ ਪਾਰ ਉਤਾਰਾ ਕੌਣ ਕਰੇਗਾ? ਧਾਰਮਿਕ ਮਨੁੱਖ ਉਹ ਹੈ ਜਿਹੜਾ ਸਮਾਜ ਚੋਂ ਬੁਰਾਈਆਂ ਨੂੰ ਦੂਰ ਕਰਨ ਲਈ ਸੰਘਰਸ਼ ਕਰਦਾ ਹੈ, ਜਿਹੜਾ ਸਮਾਜ ਦੀ ਸੇਵਾ ਕਰਦਾ ਹੈ। ਧਾਰਮਿਕ ਉਹ ਹੈ। ਧਾਰਮਿਕ ਉਹ ਨਹੀਂ ਜਿਹੜਾ ਮੇਰੇ ਵਾਂਗੂ ਚਿੱਟੇ ਕੱਪੜੇ ਪਾ ਕੇ ਗੁਰਦੁਆਰੇ ਬੈਠਾ, ਉਹ ਧਾਰਮਿਕ ਨਹੀਂ ਹੈ। ਇੱਥੇ ਧਰਮ ਸਿੱਖਣ ਲਈ ਆਉਂਦੇ ਆਪਾਂ। ਇੱਥੇ ਧਰਮ ਸਿੱਖਣਾ ਹੈ ਤੇ ਧਰਮ ਦੀ ਵਰਤੋਂ ਸਮਾਜ ਵਿੱਚ ਕਰਨੀ। ਸਾਡਾ ਵਿਹਾਰ ਧਰਮੀ ਹੋਵੇ, ਲੋਕਾਂ ਦੇ ਨਾਲ ਸਾਡਾ ਜਾਂ ਮੇਲ ਜੋਲ ਉਹ ਧਰਮੀਆਂ ਵਾਲਾ ਹੋਵੇ। ਕਿਤੇ ਝੂਠ ਨਾ ਬੋਲੀਏ, ਕਿਤੇ ਬੇਈਮਾਨੀ ਨਾ ਕਰੀਏ। ਦੁਨੀਆ ਕਹਿ ਕੇ ਬੰਦਾ ਇਹ ਤਾਂ ਬਹੁਤ ਧਰਮੀ ਹੈ। ਅਸਲ ਕਸਵੱਟੀ ਧਰਮੀ ਦੀ ਹੈ ਜਦੋਂ ਉਹ ਸਮਾਜ ਵਿੱਚ ਵਿਚਰਦਾ ਹੈ। ਕੋਈ ਲੁਕ ਕੇ ਬੈਠਾ ਹੋਏ, ਉਹ ਕੋਈ ਵੱਡੀ ਗੱਲ ਨਹੀਂ ਹੈ, ਕੋਈ ਵੱਡੀ ਗੱਲ ਨਹੀਂ। ਕੋਈ ਕਹੇ ਜੀ ਮੈਂ ਝੂਠ ਨਹੀਂ ਬੋਲਦਾ, ਜੰਗਲ 'ਚ ਬੈਠ ਕੇ ਕਿ ਜੀ ਮੈਂ ਬੇਈਮਾਨੀ ਕਰਦਾ, ਕੋਈ ਵੱਡੀ ਗੱਲ ਨਹੀਂ ਹੈ। ਕੋਈ ਸਮੁੰਦਰ 'ਚ ਵੜਿਆ ਹੀ ਨਹੀਂ, ਪਾਣੀ 'ਚ ਵੜਿਆ ਕਹੇ ਜੀ ਮੈਂ ਭਿੱਜਿਆ ਹੀ ਨਹੀਂ, ਮੈਂ ਡੁੱਬਿਆ ਹੀ ਨਹੀਂ, ਇਹ ਕੋਈ ਬਹਾਦਰੀ ਨਹੀਂ ਹੈ। ਬਹਾਦਰੀ ਤੇ ਕੋਈ ਪਾਣੀ 'ਚ ਵੜ ਕੇ ਨਾ ਡੁੱਬੇ, ਪਾਣੀ 'ਚ ਵੜ ਕੇ ਭਿੱਜੇ ਨਾ, ਇਹ ਬਹਾਦਰੀ ਹੈ। ਸਮਾਜ ਵਿੱਚ ਰਹਿ ਕੇ ਕੋਈ ਇਮਾਨਦਾਰ ਰਹੇ, ਸਮਾਜ ਵਿੱਚ ਰਹਿ ਕੇ ਕੋਈ ਸੱਚ ਦਾ ਸਾਥ ਦੇਵੇ, ਸਮਾਜ ਵਿੱਚ ਰਹਿ ਕੇ ਕੋਈ ਸੰਤੋਖ ਵਿੱਚ ਰਹੇ, ਇਹ ਧਰਮੀ ਹੈ। ਧਰਮੀ ਦੀ ਪਹਿਚਾਣ ਇਹ ਹੈ। ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਆਪਾਂ ਸਮਾਜ ਵਧੀਆ ਬਣਾਉਣਾ, ਸਮਾਜ ਤੋਂ ਭੱਜਣਾ ਨਹੀਂ ਹੈ। ਹਰ ਬੰਦਾ ਵਧੀਆ ਸਮਾਜ ਚਾਹੁੰਦਾ ਹੈ, ਹਰ ਬੰਦਾ ਚਾਹੁੰਦਾ ਹੈ ਕਿ ਵਧੀਆ ਸਮਾਜ ਹੋਵੇ। ਆਮ ਸਾਰੇ ਆਪਾਂ ਕਹਿੰਦੇ ਕਿ ਦੁਨੀਆ 'ਚ ਬੇਈਮਾਨੀ ਬੜੀ ਵੱਧ ਗਈ, ਭ੍ਰਿਸ਼ਟਾਚਾਰ ਬੜਾ ਵੱਧ ਗਿਆ। ਲੇਕਿਨ ਇੱਕ ਵਿਦਵਾਨ ਕਹਿੰਦਾ ਹੈ ਕਿ ਦੁਨੀਆ ਬੇਈਮਾਨ ਹੈ ਤੇ ਤੁਸੀਂ ਇਮਾਨਦਾਰ ਬਣ ਜਾਓ, ਇੱਕ ਤੇ ਬੇਈਮਾਨ ਘਟ ਜਾਏਗਾ ਨਾ, ਇੱਕ ਤੇ ਬੇਈਮਾਨ ਘਟੇਗਾ ਨਾ। ਅਸੀਂ ਆਪ ਇਮਾਨਦਾਰ ਨਹੀਂ ਬਣਨਾ ਚਾਹੁੰਦੇ, ਬੇਈਮਾਨੀ ਦੀ ਚਰਚਾ ਬਹੁਤ ਕਰਦੇ ਆਪਾਂ, ਭ੍ਰਿਸ਼ਟਾਚਾਰ ਦੀ ਚਰਚਾ ਬਹੁਤ ਕਰਦੇ ਹਾਂ। ਜੇ ਕਿਤੇ ਸਾਨੂੰ ਵੀ ਕਿਤੇ ਕੋਈ ਮੌਕਾ ਮਿਲੇ ਤੇ ਘੱਟ ਆਪਾਂ ਵੀ ਨਹੀਂ ਗੁਜ਼ਾਰਦੇ। ਇਸ ਕਰਕੇ ਇਹ ਸਮਾਜ ਸਾਡਾ ਵਧੀਆ ਬਣੇ, ਸਾਨੂੰ ਉਹਦੇ ਲਈ ਸਾਡੇ ਸਤਿਗੁਰੂ ਜੀ ਨੇ ਦਾਤ ਦਿੱਤੀ ਦਾਨ ਦੀ। ਦਾਨ, ਨਾਮ, ਦਾਨ, ਇਸ਼ਨਾਨ, ਤਿੰਨ ਅਮੁੱਲ ਦਾਤਾਂ ਨੇ ਜ਼ਿੰਦਗੀ ਅੰਦਰ ਪ੍ਰਸੰਨ ਰਹਿਣ ਦੇ ਲਈ, ਜ਼ਿੰਦਗੀ ਤੰਦਰੁਸਤ ਰਹਿਣ ਦੇ ਲਈ, ਜ਼ਿੰਦਗੀ ਅੰਦਰ ਖੁਸ਼ ਰਹਿਣ ਦੇ ਲਈ, ਜ਼ਿੰਦਗੀ ਨੂੰ ਦੁੱਖਾਂ ਤੋਂ ਮੁਕਤ ਕਰਨ ਲਈ ਤਿੰਨ ਅਮੁੱਲ ਦਾਤਾਂ। ਦਾਨ, ਦਾਨ ਦਾ ਅਰਥ ਕੋਈ ਕੇਵਲ ਰੋਟੀ ਖਵਾਉਣ ਤੋਂ ਨਹੀਂ ਹੈ, ਕੋਈ ਪੈਸੇ ਦੇਣ ਤੋਂ ਨਹੀਂ ਹੈ। ਚਲੋ ਵਾਹਿਗੁਰੂ ਜੀ ਨੇ ਇਹ ਵੀ ਦਾਤ ਦਿੱਤੀ ਹੈ, ਭੁੱਖੇ ਨੂੰ ਰੋਟੀ ਖਵਾਉਣਾ ਬੜੀ ਵਧੀਆ ਗੱਲ ਹੈ, ਕਿਸੇ ਲੋੜਵੰਦ ਦੀ ਪੈਸੇ ਨਾਲ ਲੋੜ ਪੂਰੀ ਕਰਨਾ ਵੀ ਵਧੀਆ ਗੱਲ ਹੈ। ਪਰ ਦਾਨ ਦਾ ਅਰਥ ਕੇਵਲ ਇਹ ਨਹੀਂ ਹੈ। ਦਾਨ ਦਾ ਅਰਥ ਇਹ ਹੈ ਕਿ ਆਪ ਜ਼ਿੰਦਗੀ 'ਚ ਮਿਹਨਤ ਕਰਕੇ, ਉੱਚੇ ਉੱਠ ਕੇ ਗਿਆਨ ਕਰਕੇ, ਪਦਾਰਥ ਕਰਕੇ, ਰੁਤਬੇ ਕਰਕੇ, ਫਿਰ ਸਮਾਜ ਦਾ ਉਹ ਵਰਗ ਜਿਹੜਾ ਪਛੜਿਆ ਉਹਨੂੰ ਅੱਗੇ ਵਧਾਉਣ ਦੇ ਲਈ ਯਤਨ ਕਰਨਾ, ਉਹਨੂੰ ਅੱਗੇ ਵਧਾਉਣ ਦੇ ਲਈ ਯਤਨ ਕਰਨਾ, ਇਹਨੂੰ ਦਾਨ ਕਿਹਾ ਜਾਂਦਾ ਹੈ। ਦਾਨ ਕੱਲਾ ਕੋਈ ਰੋਟੀ ਪਾਣੀ ਪੈਸੇ ਦਾ ਨਹੀਂ ਹੈ। ਤੁਸੀਂ ਕੋਈ ਬੰਦਾ ਬੜਾ ਧੀਰਜ ਢੇਰੀ ਢਾਹ ਬੈਠਾ ਹੈ, ਇਵੇਂ ਕਹਿ ਲਓ ਬੜਾ ਨਿਰਾਸ਼ ਹੋ ਗਿਆ, ਤੁਸੀਂ ਉਹਨੂੰ ਹੌਸਲਾ ਦਿੰਦੇ ਵੀ ਤੇ ਦਾਨ ਹੀ ਹੈ। ਮਹਾਤਮਾ ਗੌਤਮ ਬੁੱਧ ਜੀ ਕੋਲ ਇੱਕ ਵਿਅਕਤੀ ਆ ਗਿਆ, ਉਹ ਕਹਿਣ ਲੱਗਾ ਜੀ ਮੈਂ ਬੜਾ ਗਰੀਬ ਹਾਂ, ਕਿਉਂ, ਕਾਰਨ ਕੀ ਹੈ? ਤੇ ਮਹਾਤਮਾ ਜੀ ਕਹਿੰਦੇ ਤੂੰ ਕਦੀ ਕਿਸੇ ਨੂੰ ਕੋਈ ਦਿੱਤਾ ਨਹੀਂ ਹੋਣਾ, ਦਾਨ ਨਹੀਂ ਕੀਤਾ ਹੋਣਾ, ਤਾਂ ਤੂੰ ਗਰੀਬ ਹੈ। ਕਹਿੰਦਾ ਮੈਂ ਦਾਨ ਕੀ ਦੇਣਾ, ਮੈਂ ਤੇ ਹੈਗਾ ਹੀ ਗਰੀਬ ਹਾਂ, ਮੈਂ ਕੀ ਦਾਨ ਦੇਣਾ? ਤੇ ਮਹਾਤਮਾ ਜੀ ਕਹਿਣ ਲੱਗੇ ਤੇਰੇ ਕੋਲ ਤੇ ਬਹੁਤ ਕੁਝ ਹੈ, ਹਰ ਮਨੁੱਖ ਦੇ ਕੋਲ ਬਹੁਤ ਕੁਝ ਹੈ। ਕਹਿਣ ਲੱਗਾ ਮੇਰੇ ਕੋਲ ਕੀ ਹੈ? ਕਹਿੰਦੇ ਤੈਨੂੰ ਵਾਹਿਗੁਰੂ ਜੀ ਨੇ ਸੋਹਣਾ ਚਿਹਰਾ ਦਿੱਤਾ ਹੈ ਨਾ ਪਰਮਾਤਮਾ ਨੇ, ਉਹ ਚਿਹਰੇ ਤੇ ਕਿਸੇ ਨੂੰ ਤੂੰ ਸਮਾਈਲੀ ਦੇ ਦਿਆ ਕਰ, ਮੁਸਕਰਾਹਟ ਦੇ ਦਿਆ ਕਰ, ਇਹ ਵੀ ਤੇ ਇੱਕ ਦਾਨ ਹੈ। ਤੇਰੀ ਮੁਸਕਰਾਹਟ ਦੇ ਕੇ ਕਿਸੇ ਦੇ ਅੰਦਰ ਚਾਹ ਜਾਗ ਪਏ,
ਤੈਨੂੰ ਰੱਬ ਨੇ ਰਸਨਾ ਦਿੱਤੀ ਹੈ, ਰਸਨਾ ਦੇ ਨਾਲ ਕਿਸੇ ਨੂੰ ਚੰਗੇ ਬਚਨ ਕਹਿ ਦਿਆ ਕਰ, ਕਿਸੇ ਦੀ ਤਾਰੀਫ ਕਰ ਦਿਆ ਕਰ, ਰਸਨਾ ਦੇ ਨਾਲ ਕਿਸੇ ਨੂੰ ਹੌਸਲਾ ਦੇ ਦਿਆ ਕਰ। ਇਹ ਵੀ ਤੇ ਦਾਨ ਹੀ ਹੈ। ਤੈਨੂੰ ਰੱਬ ਨੇ ਦਿਲ ਦਿੱਤਾ ਹੈ ਨਾ, ਦਿਲ ਦੇ ਨਾਲ ਤੂੰ ਕਿਸੇ ਨੂੰ ਪਿਆਰ ਹੀ ਕਰ ਲਿਆ ਕਰ ਤੂੰ, ਇਹ ਵੀ ਤੇ ਦਾਨ ਹੀ ਹੈ। ਤੈਨੂੰ ਰੱਬ ਨੇ ਹੱਥ ਦਿੱਤੇ ਨੇ, ਹੱਥਾਂ ਨਾਲ ਕਿਸੇ ਦੁਖੀ ਦੀ ਮਦਦ ਕਰ ਦਿਆ ਕਰ। ਜ਼ਰੂਰੀ ਨਹੀਂ ਰੁਪਈਆਂ ਨਾਲ ਮਦਦ ਹੁੰਦੀ, ਕਈ ਵਾਰੀ ਰੁਪਈਆਂ ਦੀ ਮਦਦ ਦੇ ਨਾਲੋਂ ਤੁਹਾਡੇ ਬੋਲੇ ਹੋਏ ਬੋਲ ਜਿਹੜੇ ਨੇ ਉਹ ਜ਼ਿਆਦਾ ਕਮਾਉਂਦੇ ਨੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਰੁਪਈਆਂ ਦੀ ਘਾਟ ਨਹੀਂ ਹੈ, ਜਿਨ੍ਹਾਂ ਕੋਲ ਪਦਾਰਥ ਦੀ ਘਾਟ ਨਹੀਂ ਹੈ, ਪਰ ਉਹਨਾਂ ਨੂੰ ਉਹਨਾਂ ਬੋਲਾਂ ਦੀ ਲੋੜ ਹੈ ਜਿਹੜੇ ਉਹਨਾਂ ਦੇ ਬੁੱਝੇ ਹੋਏ ਦੀਵਿਆਂ ਨੂੰ ਜਗਾ ਸਕਣ, ਜਿਹੜੇ ਉਹਨਾਂ ਅੰਦਰ ਜੀਉਣ ਦਾ ਚਾਹ ਪੈਦਾ ਕਰ ਸਕਣ, ਨਿਰਾਸ਼ਤਾ ਨੂੰ ਖਤਮ ਕਰ ਸਕਣ। ਇਸ ਕਰਕੇ ਦਾਨ ਦਾ ਅਰਥ ਹੈ ਕਿ ਕਿਸੇ ਢਹਿੰਦੀ ਕਲਾ 'ਚ ਗਏ ਹੋਏ ਬੰਦੇ ਨੂੰ ਤੁਸੀਂ ਉਤਸ਼ਾਹਿਤ ਕਰ ਦਿਓ, ਜੀਉਣ ਦਾ ਚਾਹ ਪੈਦਾ ਕਰ ਦਿਓ, ਕਿਸੇ ਦੇ ਵਿੱਚੋਂ ਨਿਰਾਸ਼ਤਾ ਨੂੰ ਖਤਮ ਕਰ ਦਿਓ। ਦਾਨ ਦਾ ਅਰਥ ਇਹ ਹੈ ਕਿ ਜੇ ਤੁਹਾਡੇ ਕੋਲ ਗਿਆਨ ਹੈ ਤੇ ਗਿਆਨ ਰਾਹੀਂ ਲੋਕਾਂ 'ਚ ਅਵੇਅਰਨੈਸ ਲਿਆਓ, ਜਾਗਰਤੀ ਲਿਆਓ ਤੁਸੀਂ, ਇਹ ਵੀ ਤੇ ਦਾਨ ਹੈ। ਦਾਨ ਦਾ ਅਰਥ ਹੈ ਕਿ ਜੇ ਤੁਹਾਡੇ ਕੋਲ ਕਲਮ ਦੀ ਤਾਕਤ, ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋਏ ਹੋ, ਰੁਤਬੇ ਤੇ ਬੈਠੇ ਹੋਏ ਹੋ, ਆਪਣੀ ਉਸ ਕਲਮ ਦੇ ਰਾਹੀਂ ਤੁਸੀਂ ਲੋੜਵੰਦਾਂ ਦੀ ਲੋੜ ਪੂਰੀ ਕਰਦੇ ਹੋ, ਗਰੀਬਾਂ ਦੀ ਮਦਦ ਕਰਦੇ ਹੋ। ਇੱਕ ਕਲਮ ਦੇ ਨਾਲ ਹੀ ਕਈਆਂ ਦੇ ਕਾਰਜ ਰਾਸ ਹੋ ਜਾਂਦੇ ਨੇ। ਤੁਸੀਂ ਦੇਖਦੇ ਨੇ ਕੁਰਸੀਆਂ ਦੇ ਬੈਠੇ ਕਲਮ ਚਲਾਉਣ ਲਈ ਕਿੰਨੇ ਹਜ਼ਾਰਾਂ ਰੁਪਏ ਮੰਗਦੇ ਨੇ, ਲੁੱਟੀ ਜਾਂਦੇ ਨੇ। ਜੇ ਕਲਮ ਦੇ ਨਾਲ ਲੁੱਟਿਆ ਜਾ ਸਕਦਾ ਹੈ ਤੇ ਕਲਮ ਨਾਲ ਦਾਨ ਵੀ ਤੇ ਕੀਤਾ ਜਾ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਕਲਮ ਨਾਲ ਕਿਸੇ ਦੀਆਂ ਜੇਬਾਂ ਕੱਟੀਆਂ ਜਾ ਸਕਦੀਆਂ ਨੇ ਕੁਰਸੀ ਤੇ ਬੈਠ ਕੇ, ਤੇ ਕੁਰਸੀ ਤੇ ਬੈਠ ਕੇ ਦਾਨ ਤੇ ਬਹੁਤਾ ਕੀਤਾ ਜਾ ਸਕਦਾ ਹੈ, ਮਨੁੱਖਤਾ ਦੀ ਸੇਵਾ ਬਹੁਤੀ ਕੀਤੀ ਜਾ ਸਕਦੀ ਹੈ। ਇਸ ਕਰਕੇ ਜੇ ਤੁਹਾਡੇ ਕੋਲ ਤਾਕਤ ਹੈ, ਪਾਵਰ ਹੈ ਤੁਹਾਡੀਆਂ ਬਾਹਾਂ ਦੇ ਵਿੱਚ, ਤੇ ਬਾਹਾਂ ਨਾਲ ਜੇ ਅਸੀਂ ਲੋਕਾਂ ਨੂੰ ਕੁੱਟ ਸਕਦੇ ਹਾਂ, ਲੋਕਾਂ ਨੂੰ ਅਸੀਂ ਮਾਰ ਸਕਦੇ ਹਾਂ, ਤੇ ਇਸ ਤਾਕਤ ਦੇ ਨਾਲ ਆਪਾਂ ਕਮਜ਼ੋਰਾਂ ਦੀ ਮਦਦ ਵੀ ਤੇ ਕਰ ਸਕਦੇ, ਇਹ ਵੀ ਤੇ ਦਾਨ ਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਸਮਾਜ ਨੂੰ ਵਧੀਆ ਬਣਾਉਣਾ, ਹਰ ਬੰਦਾ ਦਾਨ ਕਰੇ। ਜ਼ਰੂਰੀ ਨਹੀਂ ਕਿ ਗੁਰਦੁਆਰੇ ਆ ਕੇ ਦਾਨ ਕਰਨ। ਮਾਫ ਕਰਨਾ, ਜੋ ਕੁਝ ਸਮਾਜ 'ਚ ਹੋ ਰਿਹਾ ਇਹ ਦਾਨ ਨਹੀਂ, ਤੇ ਹੰਕਾਰ ਨੂੰ ਪੱਠੇ ਪਾਏ ਜਾ ਰਹੇ ਨੇ। ਹੰਕਾਰ ਨੂੰ ਪੱਠੇ ਪਾਉਂਦੇ ਦੇਖਣਾ, ਇੱਕ ਬੰਨੇ ਇੱਕ ਲੀਡਰ ਜਿਹਾ ਖੜਿਆ ਹੁੰਦਾ ਹੈ ਤੇ ਦੂਜੇ ਬੰਨੇ 4 ਕਰੋਟੀਆਂ ਲੈ ਕੇ ਫੋਟੋ ਖਿਚਾਉਂਦੇ ਨੇ, ਗਰੀਬ ਨੂੰ ਬੁਲਾ ਕੇ ਗਰੀਬਾਂ ਦਾ ਸ਼ੋਸ਼ਣ ਕਰਦੇ ਨੇ। ਇਹ ਗੱਲ ਚੇਤ ਰੱਖਣਾ, ਇਹੋ ਜਿਹੇ ਫੁਕਰੇ ਲੋਕਾਂ ਕਰਕੇ ਸਮਾਜ ਦਾ ਬੜਾ ਨੁਕਸਾਨ ਹੋਇਆ। ਪਿਛਲੇ ਦਿਨਾਂ ਦੀ ਇੱਕ ਮੈਂ ਗੱਲ ਘਟਨਾ ਪੜ੍ਹ ਰਿਹਾ ਸਾਂ, ਮੱਧ ਪ੍ਰਦੇਸ਼ ਦੀ ਇੰਦੌਰ ਦੀ। ਆਕਸੀਜਨ ਦੀ ਘਾਟ ਤੇ ਆਏਗੀ, ਸਾਡੇ ਮੁਲਕ ਦਾ ਦਿਵਾਲਾ ਤੇ ਨਿਕਲ ਹੀ ਗਿਆ, ਇਹ ਮੰਨੋ ਜਾਂ ਨਾ ਮੰਨੋ। ਉਹਨਾਂ ਨੇ ਬੜੀ ਦੂਰੋਂ ਆਕਸੀਜਨ ਮੰਗਾਈ ਤੇ ਡਰਾਈਵਰ ਨੇ ਬੜੀ ਮਿਹਨਤ ਕਰਕੇ ਜਿਹੜਾ ਦਿਨਾਂ ਦਾ ਸਫ਼ਰ ਸੀ ਉਹਨੂੰ ਘੰਟਿਆਂ 'ਚ ਤੈਅ ਕੀਤਾ ਕਿ ਦੁਨੀਆ ਬਚਣੀ ਚਾਹੀਦੀ ਹੈ। ਡਰਾਈਵਰ ਨੇ ਬੜੀ ਹਿੰਮਤ ਕੀਤੀ, ਸੁੱਤਾ ਨਹੀਂ, ਲਗਾਤਾਰ ਡਰਾਈਵਿੰਗ ਕਰਦਾ ਰਿਹਾ। ਇਹ ਘਟਨਾ ਮੈਂ ਦੇਖ ਰਿਹਾ ਸਾਂ। ਜਦੋਂ ਸ਼ਹਿਰ ਕੋਲ ਆਇਆ ਤੇ ਇਲਾਕੇ ਦਾ ਐਮਐਲਏ ਕਹਿੰਦਾ ਡੀਕ ਲਓ, ਮੈਂ ਫੋਟੋ ਖਿਚਾਉਣੀ ਹੈ, ਫੋਟੋ ਖਿਚਾਉਣੀ। ਫੋਟੋ ਖਿਚਾਉਣ ਦੇ ਚੱਕਰ 'ਚ 3 ਘੰਟੇ ਉਹਨੇ ਆਕਸੀਜਨ ਲੇਟ ਕਰ ਦਿੱਤੀ। ਇਹੋ ਜਿਹੇ ਨਿਕੰਮੇ ਬੰਦੇ ਨੇ, ਉਹਦੇ ਨਾਲ ਕਈ ਬੰਦੇ ਮਰ ਗਏ। 3 ਘੰਟੇ ਉਹ ਟਰੱਕ ਲੇਟ ਕਰਤਾ ਸਿਰਫ ਇਸ ਕਰਕੇ ਕਿ ਮੈਂ ਫੋਟੋ ਖਿਚਾਉਣੀ ਹੈ। ਫੋਟੋ ਖਿਚਾਉਣ ਵਾਲੇ ਬਹੁਤ ਨੇ ਆਪਣੇ ਸਮਾਜ 'ਚ, ਰੋਟੀਆਂ ਦੇ ਨਾਂ ਤੇ ਫੋਟੋ ਖਿਚਾਈ ਜਾਂਦੇ ਨੇ, ਪੈਸੇ ਦੇਣ ਦੇ ਨਾਂ ਤੇ ਫੋਟੋ ਖਿਚਾਈ ਚਲੇ ਜਾਂਦੇ ਨੇ। ਉਹ ਸਮਾਜ ਨੂੰ ਕੋੜ ਲੱਗਿਆ ਹੋਇਆ ਦਰਅਸਲ ਫੋਟੋ ਖਿਚਾਉਣ ਵਾਲਿਆਂ ਦਾ। ਗੁਰਬਾਣੀ ਕਹਿੰਦੀ ਹੈ ਹੱਥੋਂ ਦੇਣਾ ਆਪ ਗਣਾਇਆ, ਇੱਕ ਹੱਥ ਨਾ ਦਈਏ ਤੇ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਸੇਵਾ ਇਹ ਨਹੀਂ ਹੈ ਕਿ ਮੇਰੀ ਫੋਟੋ ਆ ਜਾਏ, ਸੇਵਾ ਇਹ ਨਹੀਂ ਹੈ ਕਿ ਦੁਨੀਆ 'ਚ ਮੇਰੀ ਚਰਚਾ ਹੋਏ। ਸੇਵਾ ਤੇ ਇਹ ਹੈ ਕਿ ਰੱਬ ਨੇ ਸਾਨੂੰ ਦਿੱਤਾ ਹੈ ਤੇ ਰੱਬ ਦੀ ਆਪਾਂ ਇਸ ਮਨੁੱਖਤਾ ਦੀ ਸੇਵਾ ਕਰਨੀ ਆ। ਔਰ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਦੇ ਲਈ ਸਭ ਤੋਂ ਵੱਡੀ ਆ ਮਾਰਗ ਇਹ ਹੈ, ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈਏ। ਮਨੁੱਖਤਾ ਦੀ ਸੇਵਾ ਕਰਨਾ। ਸਤਿਗੁਰੂ ਜੀ ਕਹਿੰਦੇ ਉਹ ਤਰੀਕਾ ਹੈ ਦਾਨ, ਆਪਣੀ ਬਚਨਾਂ ਰਾਹੀਂ, ਆਪਣੇ ਹੱਥਾਂ ਰਾਹੀਂ। ਜੇ ਰੱਬ ਨੇ ਤੁਹਾਨੂੰ ਕੋਈ ਰੁਤਬਾ ਦਿੱਤਾ, ਰੁਤਬੇ ਦੇ ਰਾਹੀਂ। ਜੇ ਰੱਬ ਨੇ ਤੁਹਾਨੂੰ ਕੋਈ ਪਾਵਰ ਦਿੱਤੀ, ਪਾਵਰ ਦੇ ਰਾਹੀਂ ਇਸ ਸਮਾਜ ਨੂੰ ਡਿਵੈਲਪ ਕਰਨ ਦਾ ਯਤਨ ਕਰਨਾ, ਇਹ ਹੈ ਦਾਨ। ਜੇ ਇਸ ਦਾਨ ਦੀ ਸਾਨੂੰ ਸਮਝ ਆ ਜਾਏ ਨਾ, ਸਾਡਾ ਤੇ ਸਮਾਜ ਹੀ ਬੜਾ ਵਧੀਆ ਬਣਦੇ। ਪਰ ਮਾਫ ਕਰਨਾ, ਇੱਕ ਬੰਨੇ ਅਸੀਂ ਗੁਰਦੁਆਰੇ ਦਾਨ ਕਰਨੇ, ਦੂਜੇ ਬੰਨੇ ਅਸੀਂ ਆਪਣੇ ਰੁਤਬੇ ਤੇ ਬੈਠ ਕੇ ਲੋਕਾਂ ਨੂੰ ਲੁੱਟੀ ਚਲੇ ਜਾਂਦੇ ਹਾਂ। ਇਹ ਦਾਨ ਬੜਾ ਘਾਤਕ ਹੈ ਸਮਾਜ ਦੇ ਲਈ। ਦਾਨ ਉਹ ਹੁੰਦਾ ਹੈ ਕਿ ਜਿਹਨੂੰ ਤੁਸੀਂ ਦੇ ਰਹੇ ਹੋ ਉਹਦੇ ਅੰਦਰ ਹੀਣ ਭਾਵਨਾ ਨਾ ਆਏ, ਉਹਦੇ ਅੰਦਰ ਸਵੈਮਾਨ ਪੈਦਾ ਹੋਏ। ਇਹ ਨਹੀਂ ਕਿ ਤੁਸੀਂ ਕਿਸੇ ਨੂੰ ਕੁਝ ਦਿੱਤਾ ਤੇ ਲੈਣ ਵਾਲਾ ਬੜਾ ਆਪਣੇ ਆਪ ਨੂੰ ਸ਼ਰਮਸਾਰ ਜਿਹਾ ਸਮਝੇ, ਜੀ ਮੈਨੂੰ ਲੈਣਾ ਪੈ ਰਿਹਾ। ਇਹ ਕੋਈ ਦਾਨ ਨਹੀਂ ਹੈ। ਜਿਸ ਚੀਜ਼ ਦੇ ਦੇਣ ਨਾਲ ਲੈਣ ਵਾਲੇ ਦੇ ਮਨ 'ਚ ਹੀਣ ਭਾਵਨਾ ਆਏ, ਉਹ ਦਾਨ ਹੋ ਹੀ ਨਹੀਂ ਸਕਦਾ। ਭਾਵੇਂ ਤੁਸੀਂ ਸੋਨਾ ਕਰ ਦਿਓ ਤੇ ਭਾਵੇਂ ਸਾਰੀ ਧਰਤੀ ਕਿਸੇ ਨੂੰ ਦੇ ਦਿਓ, ਉਹ ਦਾਨ ਨਹੀਂ ਹੋ ਸਕਦਾ। ਦਾਨ ਦਾ ਅਰਥ ਹੈ ਜਿਹੜਾ ਕਿਸੇ ਦੇ ਅੰਦਰ ਸਵੈਮਾਨ ਪੈਦਾ ਕਰੇ, ਕਿਸੇ ਦੇ ਅੰਦਰ ਜਿਉਣ ਦਾ ਚਾਹ ਪੈਦਾ ਕਰੇ, ਉਹਨੂੰ ਦਾਨ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਔਰ ਇੱਥੇ ਦਾਨ ਸ਼ਬਦ ਨੂੰ ਸੇਵਾ ਦੇ ਰੂਪ ਚ ਲਿਆ ਗਿਆ। ਸੇਵਾ, ਸੇਵਾ ਦਾ ਅਰਥ ਹੁੰਦਾ ਹੈ ਕੋਲੋਂ ਦੇਣਾ,
ਕੁਝ ਮੰਗਣਾ ਨਹੀਂ ਉਹਦੇ ਬਦਲੇ, ਤਾਰੀਫ ਵੀ ਨਹੀਂ ਮੰਗਣੀ, ਆਪਣੀ ਕੋਈ ਸ਼ੋਹਰਤ ਵੀ ਨਹੀਂ ਮੰਗਣੀ। ਨਿਸ਼ਕਾਮ ਸੇਵਾ ਜਿਹਨੂੰ ਕਿਹਾ ਜਾਂਦਾ ਹੈ। ਨਿਸ਼ਕਾਮ ਸੇਵਾ ਦਾ ਇਹ ਕਿਤੇ ਅਰਥ ਨਹੀਂ ਹੈ ਕਿ ਇੱਕ ਬੰਨੇ ਮੈਂ ਕਹਾਂ ਜੀ ਮੈਂ ਨਿਸ਼ਕਾਮ ਸੇਵਕ ਹਾਂ ਤੇ ਨਾਲ ਮੇਰੀ ਫੋਟੋ ਲੱਗ ਜੇ, ਕੋਈ ਨਿਸ਼ਕਾਮ ਸੇਵਾ ਨਹੀਂ ਹੈ। ਨਿਸ਼ਕਾਮ ਸੇਵਾ ਦਾ ਇਹ ਕੋਈ ਅਰਥ ਨਹੀਂ ਹੈ ਇੱਕ ਬੰਨੇ ਮੈਂ ਕਹਾਂ ਜੀ ਮੈਂ ਪੈਸੇ ਦਿੱਤੇ, ਥੱਲੇ ਕਹਾਂ ਜੀ ਮੇਰਾ ਨਾਂ ਲਿਖ ਦਿਓ ਨਿਸ਼ਕਾਮ ਸੇਵਕ, ਇਹ ਕੋਈ ਨਿਸ਼ਕਾਮ ਨਹੀਂ, ਇਹ ਤਾਂ ਬੜੀ ਵੱਡੀ ਕਾਮਨਾ ਹੈ। ਇਸ ਕਰਕੇ ਕੋਈ ਨਿਸ਼ਕਾਮ ਸੇਵਾ ਨਹੀਂ ਹੈ। ਸਾਡੇ ਸਤਿਗੁਰੂ ਜੀ ਨੇ ਸਾਨੂੰ ਇਹਨਾਂ ਦੁੱਖਾਂ ਦੇ ਵਿੱਚ ਰਹਿੰਦਿਆਂ ਹੋਇਆਂ ਜ਼ਿੰਦਗੀ ਨੂੰ ਆਨੰਦਮਈ ਬਣਾਉਣ ਦੇ ਲਈ ਜੋ ਦਾਤ ਦਿੱਤੀ ਸੀ ਉਹ ਸੀ ਨਾਮ, ਦਾਨ, ਇਸ਼ਨਾਨ। ਜਦੋਂ ਅਸੀਂ ਇਹਦੇ ਨਾਲ ਜੁੜਾਂਗੇ ਅਸੀਂ ਆਤਮਿਕ ਤੌਰ ਤੇ ਵੀ ਬਲਵਾਨ ਹੋਵਾਂਗੇ। ਆਤਮਿਕ ਤੌਰ ਤੇ ਤਗੜਿਆਂ ਹੋਈਏ ਬੜੀ ਚੰਗੀ ਗੱਲ ਹੈ, ਸਰੀਰ ਵੀ ਤਗੜਾ ਹੋਣਾ ਚਾਹੀਦਾ। ਕਈ ਵਾਰੀ ਬੰਦਾ ਧਾਰਮਿਕ ਪੱਖ ਨੂੰ ਜੁੜਦਾ ਹੈ, ਸਰੀਰ ਦੀ ਅਣਦੇਖੀ ਕਰ ਦਿੰਦਾ। ਤੁਸੀਂ ਦੇਖਦੇ ਠੰਡ 'ਚ ਨੰਗੇ ਪੈਰੀ ਤੁਰੇ ਫਿਰਨਾ, ਬੰਦਾ ਸੋਚਦਾ ਜੀ ਬੜਾ ਧਾਰਮਿਕ ਹੈ, ਕੋਈ ਧਾਰਮਿਕਪੁਣਾ ਨਹੀਂ ਹੈ। ਕਿ ਬੜੇ ਕਹਿਣਗੇ ਮੈਂ ਫਲਾਣੇ ਥਾਂ ਤੇ ਜਾ ਕੇ ਨਾ ਬਰਫ਼ ਦੇ ਵਿੱਚ 10 ਟੁੱਬੀਆਂ ਲਾਈਆਂ, ਕੋਈ ਬਹਾਦਰੀ ਨਹੀਂ ਹੈ, ਇਹ ਕੋਈ ਧਰਮ ਨਹੀਂ ਹੈ। ਸਰੀਰ ਦੀ ਸੰਭਾਲ ਕਰਨਾ ਸਾਡਾ ਧਰਮ ਹੈ। ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇਹੀ ਕੋ ਪਾਲ। ਸਰੀਰ ਨੂੰ ਠੰਡ 'ਚ ਐਵੇਂ ਠਾਰਨਾ, ਸਰੀਰ ਨੂੰ ਐਵੇਂ ਗਰਮੀ 'ਚ ਧੂਣੀਆਂ ਤਾ ਕੇ ਤਾਈ ਜਾਣਾ, ਇਹ ਕੋਈ ਭਗਤੀ ਨਹੀਂ ਹੈ। ਭਗਤੀ ਹੈ ਵਾਹਿਗੁਰੂ ਦੀ ਰਜ਼ਾ 'ਚ ਰਹਿਣਾ, ਵਾਹਿਗੁਰੂ ਜੀ ਦੇ ਪਿਆਰ 'ਚ ਰਹਿਣਾ। ਇਸ ਕਰਕੇ ਸਰੀਰ ਵੀ ਤੰਦਰੁਸਤ ਹੋਣਾ ਚਾਹੀਦਾ। ਉਹਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਇਸ਼ਨਾਨ। ਅਸੀਂ ਆਤਮਿਕ ਤੌਰ ਤੇ ਤਗੜੇ ਹਾਂ, ਅਸੀਂ ਸਰੀਰਕ ਤੌਰ ਤੇ ਤਗੜੇ ਹਾਂ, ਸਾਡਾ ਸਮਾਜ ਵੀ ਤਗੜਾ ਹੋਣਾ ਚਾਹੀਦਾ, ਸਾਡਾ ਸਮਾਜ ਵੀ ਵਧੀਆ ਹੋਣਾ ਚਾਹੀਦਾ, ਖੁਸ਼ਹਾਲ ਹੋਣਾ ਚਾਹੀਦਾ। ਅਸੀਂ ਕੋਈ ਇਕੱਲੇ ਨਹੀਂ ਹੈ ਕਿ ਇਕੱਲੇ ਅਸੀਂ ਵਧੀਆ ਜ਼ਿੰਦਗੀ ਜਿਉ ਲਵਾਂਗੇ। ਜੇ ਸਾਡਾ ਆਲਾ ਦੁਆਲਾ ਵਧੀਆ ਨਹੀਂ ਹੈ, ਸਾਡਾ ਸਮਾਜ ਵਧੀਆ ਨਹੀਂ ਹੈ, ਸਾਡਾ ਸਮਾਜ ਉੱਚਾ ਨਹੀਂ ਉੱਠ ਸਕੇ ਤਾਂ ਸਾਡੀ ਅਮੀਰੀ ਕਿਸੇ ਅਰਥ ਨਹੀਂ ਹੈ, ਸਾਡੀ ਵਡਿਆਈ ਕਿਸੇ ਅਰਥ ਨਹੀਂ ਹੈ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਅੰਦਰੋਂ ਮਜ਼ਬੂਤ ਹੋਣ ਦੇ ਲਈ ਗੱਲ ਚੱਲੀ ਸੀ ਕਿ ਇਹਨਾਂ ਦੁੱਖਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਹਾਡੀ ਸ਼ਖਸੀਅਤ ਤਗੜੀ ਹੋਵੇ, ਤੁਹਾਡਾ ਔਰਾ ਮਜ਼ਬੂਤ ਹੋਵੇ, ਜਿਹਨੇ ਤੁਹਾਡੀ ਪ੍ਰੋਟੈਕਸ਼ਨ ਕਰਨੀ ਹੈ। ਉਹ ਤਾਂ ਮਜ਼ਬੂਤ ਹੋਵੇਗਾ ਜੇ ਤੁਸੀਂ ਅੰਦਰੋਂ ਪਿਓਰ ਹੋਵੋਗੇ। ਪਿਓਰ ਹੋਵਾਂਗੇ ਰੱਬ ਦਾ ਸਿਮਰਨ ਕਰਕੇ। ਉਹ ਤਾਂ ਮਜ਼ਬੂਤ ਹੋਵੇਗਾ ਜੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ, ਜੇ ਅਸੀਂ ਕਿਸੇ ਦਾ ਬੁਰਾ ਨਹੀਂ ਸੋਚਾਂਗੇ, ਜੇ ਅਸੀਂ ਦੁਖੀਆਂ ਦੀ ਮਦਦ ਕਰਾਂਗੇ। ਜਿੰਨਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ, ਪ੍ਰਮਾਤਮਾ ਦੇ ਸ਼ੁਕਰਾਨੇ ਦੀ ਗੱਲ ਕਰਾਂਗੇ, ਉਨਾ ਹੀ ਸਾਡੀ ਸ਼ਖਸੀਅਤ ਮਜ਼ਬੂਤ ਹੁੰਦੀ ਚਲੀ ਜਾਏਗੀ। ਜਿੰਨਾ ਅਸੀਂ ਦੂਜਿਆਂ ਦਾ ਦਿਲ ਦਿਖਾਵਾਂਗੇ, ਹੇਰਾ ਫੇਰੀ ਕਰਾਂਗੇ, ਬੇਈਮਾਨੀ ਕਰਾਂਗੇ, ਉਨੇ ਅਸੀਂ ਅੰਦਰੋਂ ਕਮਜ਼ੋਰ ਹੁੰਦੇ ਜਾਵਾਂਗੇ। ਇਸ ਕਰਕੇ ਮਜ਼ਬੂਤ ਹੋਣ ਦੇ ਲਈ ਜਾਂ ਜ਼ਿੰਦਗੀ ਦੇ ਬੇੜੇ ਨੂੰ ਮਜ਼ਬੂਤ ਬਣਾਉਣ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਾਤ ਦਿੱਤੀ ਨਾਮ, ਦਾਨ, ਇਸ਼ਨਾਨ। ਸਤਿਗੁਰੂ ਜੀ ਮਿਹਰ ਕਰਨ ਸਾਡੀ ਗੁਰਬਾਣੀ ਨਾਲ ਸਾਂਝ ਬਣੇ, ਗੁਰਮਤਿ ਨਾਲ ਸਤਸੰਗਤ ਨਾਲ ਸਾਂਝ ਬਣੇ, ਜਿੱਥੇ ਅਸੀਂ ਆਤਮਿਕ ਤੌਰ ਤੇ ਨਿਤ ਪ੍ਰਸੰਨ ਰਹਿ ਸਕੀਏ, ਸਰੀਰਕ ਤੌਰ ਤੇ ਨਿਤ ਆਪਾਂ ਖਿੜੇ ਰਹੀਏ, ਤੰਦਰੁਸਤ ਰਹੀਏ। ਇਹ ਗੁਰੂ ਚਰਨਾਂ 'ਚ ਅਰਦਾਸ ਹੈ। ਉੱਥੇ ਸਾਡਾ ਸਮਾਜ ਬਹੁਤ ਵਧੀਆ ਹੋਵੇ। ਇਹੋ ਜਿਹਾ ਸਮਾਜ ਜਿਹਦੀ ਗੱਲ ਸਤਿਗੁਰੂ ਜੀ ਨੇ ਕਹੀ ਹੈ ਕਿ ਹੋਵਾ ਹਲੇਮੀ ਰਾਜਿਓ ਜਾਂ ਬੇਗਮਪੁਰਾ, ਜਿੱਥੇ ਹਰ ਕੋਈ ਪ੍ਰਸੰਨ ਚਿਤ ਹੋਏ, ਹਰ ਕੋਈ ਸਵੈਮਾਨ ਦੇ ਨਾਲ ਸੁਤੰਤਰ ਆਜ਼ਾਦ ਜਿਉ ਸਕੇ, ਹੱਕ ਸੱਚ ਤੇ ਨਿਆਂ ਦੀ ਗੱਲ ਜਿੱਥੇ ਹੋ ਸਕੇ, ਅਜਿਹੇ ਸਮਾਜ ਦੀ ਸਿਰਜਣਾ ਗੁਰਬਾਣੀ ਨੇ ਕਰਨ ਦੀ ਗੱਲ ਕਹੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਜੀ ਸਾਰੇ ਨੂੰ ਆਪਣੇ ਦਰੋਂ ਕਰੋ ਨਾਮ, ਦਾਨ, ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ